वाहिगुरु जी का खालसा वाहिगुरु जी की फतेह। गुरु नानक मल्टी यूनिवर्सिटी ਅਤੇ एजुकेट पंजाब प्रोजेक्ट ਵੱਲੋਂ जिन्ने भी विद्यार्थी जुड़े ਹਨ ਉਹਨਾਂ ਸਾਰਿਆਂ ਦਾ ਸਵਾਗਤ ਹੈ ਜੀ। आओ ਆਪਾਂ ਸਭ ਤੋਂ ਪਹਿਲਾਂ सिमरन ਦੀ सेवा ਜਿਹੜੀ जाप ਦੀ सेवा ਲੈ ਰਹੇ ਨੇ ਬੱਚੇ। सिमरनजीत कौर 9604 गुरदासपुर जोन ਦੇ ਵਿੱਚੋਂ। सिमरनजीत कौर बेटी अपनी वीडियो ऑन कर लो बेटा, हैंड रेज करो। वाहिगुरु जी का खालसा श्री वाहिगुरु जी की फतेह। ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। वाहेगुरु 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 वाहेगुरु। वाहेगुरु जी का खालसा श्री वाहेगुरु जी की फतेह। बहुत बहुत धन्यवाद बेटियां दा जिन्हां ने सिमरन करवाया है जी। और बेटा ਆਪਾਂ ਫਤਿਹ ਤੋਂ ਉਦੋਂ ਵਾਹਿਗੁਰੂ ਜੀ का ਖਾਲਸਾ ਵਾਹਿਗੁਰੂ जी की फतेह। श्री शब्द है ਜਿਹੜਾ ਉਹ ਆਪਾਂ नहीं ਲਾਉਂਦੇ है ना, श्री शब्द नहीं ਲਾਉਣਾਗਾ, सिर्फ वाहिगुरु जी का खालसा वाहिगुरु जी की फतेह। ਹੁਣ ਜਿਹੜੀ ਕੀਰਤਨ ਦੀ ਸੇਵਾ ਹੈ ਉਹ ਬੇਟੀ ਅੰਮ੍ਰਿਤਸਰ ਜ਼ੋਨ ਤੋਂ 6039 ਜਸਲੀਨ ਕੌਰ ਜੀ ਸੇਵਾ ਨਿਭਾਉਣਗੇ ਜੀ। वाहिगुरु जी का खालसा वाहिगुरु जी की फतेह।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਬੇਟੀ ਜਸਲੀਨ ਕੌਰ ਦਾ, ਪੂਰੇ ਪਰਿਵਾਰ ਦਾ, ਉਹਨਾਂ ਨੇ ਨਾਲ ਗੁਰੂ ਕੀਤਾ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਸੱਚਮੁੱਚ ਉਸ ਵਾਹਿਗੁਰੂ ਪਰਮਾਤਮਾ ਤੇ ਮਾਣ ਹੋਣਾ ਚਾਹੀਦਾ ਹੈ ਤੇ ਉਸਦੇ ਦਰ ਤੇ ਨਿਮਾਣੇ ਬਣ ਕੇ, ਨਿਤਾਣੇ ਬਣ ਕੇ ਜਾਣਾ ਚਾਹੀਦਾ ਹੈ। ਜਦੋਂ ਮਾਣਿਆਂ ਨੂੰ ਨਿਮਾਣ, ਨਿਤਾਣਿਆਂ ਨੂੰ ਤਾਣ, ਨਿਓਟਿਆਂ ਦੀ ਓਟ ਬਣਦੇ ਨੇ ਉਹ ਵਾਹਿਗੁਰੂ ਜੀ। ਤੇ ਅਸੀਂ ਨਿਮਾਣੇ ਬਣ ਕੇ ਜਾਈਏ ਤੇ ਗੁਰੂ ਸਾਹਿਬ ਜੀ ਸਾਡੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਭਰ ਦਿੰਦੇ ਨੇ। ਇਸ ਕਰਕੇ ਜਦੋਂ ਵੀ ਅਸੀਂ ਗੁਰੂ ਦੇ ਦਰ ਤੇ, ਗੁਰੂ ਦੇ ਅੱਗੇ ਅਰਦਾਸ ਕਰੀਏ, ਨਿਮਾਣੇ ਬਣ ਕੇ ਹਰ ਵੇਲੇ ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹੀਏ। ਸੋ ਬਹੁਤ ਬਹੁਤ ਧੰਨਵਾਦ ਜੀ ਬੱਚਿਆਂ ਦਾ, ਜਿਨ੍ਹਾਂ ਨੇ ਸਾਨੂੰ ਗੁਰਬਾਣੀ ਦੇ ਨਾਲ, ਕੀਰਤਨ ਦੇ ਨਾਲ ਜੋੜਿਆ। ਥੋੜੀ ਜਿਹੀ ਆਵਾਜ਼ ਦੀ ਵਿੱਚ ਪ੍ਰੋਬਲਮ ਆ ਰਹੀ ਸੀ ਤਾਂ ਬਹੁਤ ਪਿਆਰੀ ਆਵਾਜ਼ ਦੇ ਵਿੱਚ ਕੀਰਤਨ ਸੁਣਾਇਆ। ਤੇ ਹੁਣ ਅਸੀਂ ਅਗਲੇ ਸੈਸ਼ਨ ਵੱਲ, ਆਪਣਾ ਅੱਜ ਦਾ ਸੈਸ਼ਨ ਹੈ, ਸਾਡੇ ਨਾਲ ਵੀਰ ਕੁਲਵੰਤ ਸਿੰਘ, ਗਿਆਨੀ ਕੁਲਵੰਤ ਸਿੰਘ ਜੀ ਜੁੜੇ ਹੋਏ ਨੇ ਤੇ ਉਹਨਾਂ ਨੂੰ ਬੇਨਤੀ ਕਰਦੇ ਆ, ਜੇ ਜੁੜੇ ਨੇ ਤੇ ਆਪਣਾ ਹੈਂਡ ਰੇਜ਼ ਕਰ ਲੈਣ। ਕਿਰਪਾ ਕਰਕੇ ਬੇਨਤੀ ਹੈ ਜੀ। ਬੱਚੇ ਜੁੜ ਚੁੱਕੇ ਨੇ, ਤੁਹਾਡਾ ਸਵਾਗਤ ਹੈ ਜੀ।
ਤੇ ਬੱਚਿਆਂ ਨੂੰ ਆਪਣੇ ਵਿਚਾਰਾਂ ਦੇ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮਨਪ੍ਰੀਤ ਸਿੰਘ, ਦਫ਼ਤਰ ਇੰਚਾਰਜ ਸਾਹਿਬਜ਼ਾਦੇ ਸੇਵਾ ਦਲ, ਮੁੱਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ। ਸਾਨੂੰ ਬੇਨਤੀ ਕੀਤੀ ਗਈ ਸੀਗੀ ਭਾਈ ਜਸਵੀਰ ਸਿੰਘ ਜੀ ਵੱਲੋਂ, ਜੋ ਕਿ ਬਠਿੰਡਾ ਜ਼ੋਨ ਦੇ ਇੰਚਾਰਜ ਨੇ, ਕਿ ਐਜੂਕੇਟ ਪੰਜਾਬ ਪ੍ਰੋਜੈਕਟ ਤਹਿਤ ਜੋ ਬੱਚਿਆਂ ਦੀ ਪਰਸਨੈਲਿਟੀ ਡਿਵੈਲਪਮੈਂਟ ਦੀ ਕਲਾਸ ਲੱਗਦੀ ਹੈ, ਉਸ ਵਿੱਚ ਗਿਆਨੀ ਜੀ ਜ਼ਰੂਰ ਹਾਜ਼ਰੀ ਭਰਨ। ਤੇ ਹੁਣ ਗਿਆਨੀ ਜੀ ਆਪ ਜੀ ਨਾਲ ਲਾਈਵ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਹੈ ਭੈਣ ਜੀ ਤੁਹਾਨੂੰ? ਹਾਂਜੀ ਹਾਂਜੀ ਵੀਰ ਜੀ, ਆ ਰਹੀ ਹੈ। ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਸਾਰੇ ਬੱਚਿਆਂ ਨੂੰ, ਜਿੰਨੇ ਵੀ ਆਪ ਜੀ ਵੱਡੇ ਵੀ ਜੋ ਵਿੱਚ ਪ੍ਰਬੰਧਕ ਨੇ, ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ। ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਇਹ ਪਤਾ ਲੱਗਾ ਸੀ, ਭਾਈ ਜਸਵੀਰ ਸਿੰਘ ਜੀ ਜੋ ਬਠਿੰਡਾ ਜ਼ੋਨ ਦੇ ਇੰਚਾਰਜ ਨੇ, ਉਹਨਾਂ ਨੇ ਫੋਨ ਕਰਕੇ ਦੱਸਿਆ ਸੀ ਵੀ ਅਸੀਂ ਇੱਕ ਪ੍ਰੋਗਰਾਮ ਚਲਾਇਆ ਹੋਇਆ ਜਿਹੜਾ ਬੱਚਿਆਂ ਵਾਸਤੇ ਗੁਰੂ ਨਾਨਕ ਮਲਟੀਵਰਸਿਟੀ ਐਜੂਕੇਟ ਪੰਜਾਬ ਪ੍ਰੋਜੈਕਟ, ਜਿਹਦੇ ਰਾਹੀਂ ਉਪਰਾਲਾ ਕਰਕੇ ਵੱਖ-ਵੱਖ ਪਿੰਡਾਂ ਵਿੱਚ ਬੱਚਿਆਂ ਨੂੰ ਸਕਾਲਰਸ਼ਿਪ ਦਵਾ ਕੇ ਨਾਲ ਜਿਹੜੀ ਬੜੀ ਜ਼ਰੂਰੀ ਚੀਜ਼ ਹੈ ਗੁਰਬਾਣੀ ਦੀ, ਧਰਮ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ। ਤਾਂ ਉਹ ਅਸੀਂ ਪਹਿਲਾਂ ਹੀ ਜ਼ੂਮ ਦੇ ਉੱਤੇ 2 ਸੈਮੀਨਾਰ ਮਹੀਨੇ ਵਿੱਚ ਕਰਨੇ। ਉਹਦੇ ਕਰਕੇ ਇਹ ਪਹਿਲਾਂ ਵੀ ਸਾਡਾ ਤਜਰਬਾ ਹੈ ਜਦੋਂ ਦਾ ਇਹ ਬੰਦ ਹੋਇਆ। ਤਾਂ ਸੋ ਬੱਚਿਓ, ਅੱਜ ਦਾ ਜੋ ਵਿਸ਼ਾ ਹੈ ਜੋ ਤੁਸੀਂ ਦਿੱਤਾ ਸੀ, ਉਹ ਹੈ ਕਿ ਗੁਰਬਾਣੀ ਸਾਡੇ ਜੀਵਨ ਨੂੰ ਕਿਵੇਂ ਬਦਲਦੀ ਹੈ। ਤਾਂ ਇਹਦੇ ਵਾਸਤੇ ਉਮੀਦ ਹੈ ਤੁਸੀਂ ਧਿਆਨ ਦਿਓਗੇ। ਛੋਟੇ ਬੱਚੇ ਹਨ, ਕੁਝ ਮੈਨੂੰ ਆਪਣੇ ਪੱਧਰ ਤੋਂ ਉੱਤਰ ਕੇ ਹੀ ਗੱਲਾਂ ਕਰਨੀਆਂ ਪੈਣਗੀਆਂ ਤਾਂ ਤੁਹਾਡੇ ਪਕੜ ਵਿੱਚ ਆਉਣਗੀਆਂ। ਤਾਂ ਇਹਦਾ ਜੇ ਪੂਰਾ ਪਤਾ ਲਾਉਣਾ ਹੋਵੇ ਵੀ ਬਾਣੀ ਜੀਵਨ ਕਿਵੇਂ ਬਦਲਦੀ ਹੈ, ਇਹ 2 ਚੀਜ਼ਾਂ ਸਾਨੂੰ ਪੜ੍ਹਨੀਆਂ ਪੈਣਗੀਆਂ। ਇੱਕ ਤਾਂ ਗੁਰਬਾਣੀ, ਇੱਕ ਜਿਨ੍ਹਾਂ ਨੇ ਗੁਰਬਾਣੀ, ਜਿਨ੍ਹਾਂ ਦੇ ਜੀਵਨ ਨੂੰ ਬਦਲਿਆ ਹੈ, ਉਹਨਾਂ ਦਾ ਜੀਵਨ ਵੀ ਪੜ੍ਹਨਾ ਪਏਗਾ। ਉਹਨੂੰ ਆਪਾਂ ਇਤਿਹਾਸ ਕਹਿੰਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਵਿਚਾਰ ਹੈ, ਵਿਚਾਰਧਾਰਾ, ਉਹਦਾ ਪਹਿਲਾਂ ਇਹ ਤਰੀਕਾ ਹੈ ਵੀ ਪਹਿਲਾਂ ਸ਼ੁਰੂਆਤ ਦੇ ਵਿੱਚ ਜਪਜੀ ਸਾਹਿਬ ਦੀ ਪਹਿਲਾਂ ਤੇ ਉਚਾਰਨ ਕਰਨ ਦੀ ਜਿਹੜੀ ਸਿੱਖਿਆ ਲਈ ਜਾਏ, ਫਿਰ ਉਹਦੇ ਅਰਥ ਜਿਹੜੇ ਹਨ ਉਹ ਸਿੱਖੇ ਜਾਣ ਕਿਸੇ ਜਾਣਕਾਰ ਗੁਰਮੁਖ ਦੇ ਕੋਲੋਂ। ਫਿਰ ਸਾਨੂੰ ਪਤਾ ਲੱਗੇਗਾ ਵੀ ਇਹ ਬਾਣੀ ਦੇ ਵਿੱਚ ਕੀ ਮੈਸੇਜ ਹੈ, ਕੀ ਸੰਦੇਸ਼ ਹੈ, ਗੁਰੂ ਸਾਹਿਬ ਸਾਨੂੰ ਕੀ ਕਹਿਣਾ ਚਾਹੁੰਦੇ, ਸਾਨੂੰ ਕਿਵੇਂ ਦੇ ਬਣਾਉਣਾ ਚਾਹੁੰਦੇ ਨੇ। ਤਾਂ ਇੱਕ ਛੋਟੀ ਜਿਹੀ ਮੈਂ ਗੱਲ ਤੁਹਾਨੂੰ ਥੋੜ੍ਹਾ ਜਿਹਾ ਸਵਾਲ ਵੀ ਪੁੱਛ ਲੈਣਾ, ਕਿਸੇ ਬੱਚੇ ਨੂੰ ਪਤਾ ਹੋਵੇਗਾ ਮੇਰੇ ਖਿਆਲ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਕਹਿ ਦਿੰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤਾਂ ਕੋਈ ਇੱਕ ਬੱਚਾ ਵਿੱਚੋਂ ਜਿਹਨੂੰ ਪਤਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਨਾਮ ਕੀ ਹੈ, ਜੋ ਸਰੂਪ ਦੇ ਉੱਤੇ, ਮਹਾਰਾਜ ਦੇ ਸਰੂਪ ਤੇ ਲਿਖਿਆ ਹੋਇਆ, ਕੋਈ ਵੀ ਬੱਚਾ ਕੋਈ ਦੱਸ ਸਕਦੇ ਹੋ ਤੁਸੀਂ? ਬੱਚੀਆਂ ਬਹੁਤ ਸਾਰੀਆਂ ਬੈਠੀਆਂ। ਹਾਂ, ਲਿਖਿਆ ਕੀ ਲਿਖਿਆ? ਹਾਂ, ਆਦਿ, ਉਹਨਾਂ ਨੇ ਆਦਿ ਗ੍ਰੰਥ ਲਿਖਿਆ, ਪਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਨਵਜੋਤ ਕੌਰ? ਹਾਂ, ਬਹੁਤ ਵਧੀਆ ਜਾਣਕਾਰੀ ਹੈ। ਤਾਂ ਇੱਥੋਂ ਹੀ ਆਪਾਂ ਗੱਲ ਸ਼ੁਰੂ ਕਰ ਲੈਂਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਦਿ ਸ਼ਬਦ ਕਿਉਂ ਲਾਇਆ ਗਿਆ। ਜਿਹੜੇ ਵੀ ਤੁਸੀਂ ਸਰੂਪ ਦੇ ਦਰਸ਼ਨ ਕਰੋਗੇ ਜਾਂ ਭਾਗ ਜਿਹੜੇ ਸੈਂਚੀਆਂ ਦੇ, ਉਹਨਾਂ ਦੇ ਅੱਗੇ ਨਾਂ ਲਿਖਿਆ ਹੋਵੇਗਾ ਗੁਰੂ ਸਾਹਿਬ ਦਾ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜਿਹੜਾ ਆਦਿ ਸ਼ਬਦ ਹੈ ਨਾ,
ਇਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਲੁਕੋ ਕੇ ਬੈਠਾ ਹੋਇਆ। ਆਦਿ ਦਾ ਮਤਲਬ ਹੈ ਜਦੋਂ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ ਹੈ, ਜਦੋਂ ਕੁਝ ਵੀ ਨਹੀਂ ਸੀ, ਉਦੋਂ ਗੁਰੂ ਸੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਦੋਂ ਗੁਰੂ ਸਨ। ਤਾਂ ਉਹਦੇ ਵਿੱਚੋਂ ਫਿਰ ਇੱਕ ਗੱਲ ਇਹ ਵੀ ਉੱਭਰ ਕੇ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹ ਤਾਂ ਗੁਰੂ ਸਾਹਿਬ ਦੇ ਟਾਈਮ ਤੇ 500 ਸਾਲ ਪਹਿਲਾਂ ਜਿਹੜੀ ਹੈ ਉਚਾਰੀ ਗਈ, ਤੇ ਉਦੋਂ ਤਾਂ ਗੁਰੂ ਸਾਹਿਬ ਹੈ ਨਹੀਂ ਸੀ। ਇਹ ਲਫ਼ਜ਼ ਇੱਕ ਤੁਹਾਨੂੰ ਆਪਣੀ ਕੌਮ ਨੂੰ ਇੱਕ ਨਵੀਂ ਪਹਿਚਾਣ ਵੀ ਦਿੰਦਾ। ਨਹੀਂ ਤਾਂ ਕਈ ਲੋਕ ਕਹਿੰਦੇ ਸਾਡਾ ਆਦਿ ਧਰਮ ਹੈ ਤੇ ਤੁਸੀਂ ਸਾਡੇ ਵਿੱਚੋਂ ਹੀ ਨਿਕਲੇ ਹੋ, ਤੁਸੀਂ ਸਾਡੇ ਵਿੱਚੋਂ ਹੀ ਪੈਦਾ ਹੋਏ ਹੋ। ਇਹ ਬੜਾ ਰੌਲਾ ਚੱਲਦਾ ਅੱਜ ਕੱਲ੍ਹ। ਧਰਮ ਅਸੀਂ ਘੱਟ ਕਮਾਉਂਦੇ ਹਾਂ, ਆਪਸ ਵਿੱਚ ਲੜਦੇ ਜ਼ਿਆਦਾ। ਪਰ ਮੇਰਾ ਵਿਸ਼ਾ ਨਹੀਂ ਵੀ ਇਹ ਕਹਿਣ ਦਾ ਵੀ ਸਾਡਾ ਧਰਮ ਵੱਡਾ ਹੈ ਜਾਂ ਦੂਜੇ ਛੋਟੇ, ਇਹ ਨਹੀਂ ਮੇਰਾ ਕੋਈ ਮਤਲਬ। ਮੇਰਾ ਮਤਲਬ ਹੈ ਵੀ ਸਾਡਾ ਧਰਮ ਨਿਵੇਕਲਾ ਹੈ, ਕਿਉਂਕਿ ਆਦਿ ਜਦੋਂ ਅਜੇ ਸ੍ਰਿਸ਼ਟੀ ਨਹੀਂ ਸੀ ਬਣੀ ਉਦੋਂ ਸਾਡੇ ਗੁਰੂ ਸਾਹਿਬ ਮੌਜੂਦ ਸਨ, ਗੁਰੂ ਗ੍ਰੰਥ ਸਾਹਿਬ। ਹੁਣ ਦੂਜਾ ਸਵਾਲ ਇਹ ਹੈ ਵੀ ਕਿਵੇਂ ਮੌਜੂਦ ਸਨ, ਕਿਉਂਕਿ ਉਦੋਂ ਤੇ ਸਰੂਪ ਨਹੀਂ ਸੀ ਲਿਖਿਆ ਗਿਆ। ਉਹ ਤੇ 1604 ਵਿੱਚ ਪ੍ਰਕਾਸ਼ ਹੋਇਆ। 1604 ਈਸਵੀ ਵਿੱਚ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਹੋਇਆ। ਤੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਕਰੀਬਨ 500 ਸਾਲ ਦਾ ਗਿਆਨ ਤਜਰਬਾ ਕਰਕੇ ਲਿਖਿਆ ਗਿਆ। 500 ਸਾਲ ਤੇ ਹੁਣ ਹੋ ਗਿਆ ਨਾ ਗੁਰੂ ਸਾਹਿਬ ਨੂੰ ਆਇਆ ਨੂੰ। ਤੇ ਜਦੋਂ ਤੁਸੀਂ ਇਹ ਵੇਖੋ ਵੀ ਬਾਣੀ ਕਦੋਂ ਤੋਂ ਕਦੋਂ ਤੱਕ ਮੁਕੰਮਲ ਹੋਈ ਹੈ, ਤਾਂ ਸਾਨੂੰ ਜਿਹੜੇ ਸਰੋਤ ਮਿਲਦੇ ਨੇ ਉਹਦੇ ਮੁਤਾਬਕ ਤਕਰੀਬਨ 1170 ਈਸਵੀ ਵਿੱਚ ਭਗਤ ਜੈਦੇਵ ਜੀ ਹੋਏ ਨੇ। ਭਗਤ ਜੈਦੇਵ ਜੀ ਦਾ ਪਹਿਲਾ ਜਿਹੜਾ ਸਭ ਤੋਂ ਸ਼ਬਦ ਸੀ ਉਹਨਾਂ ਨੇ ਉਚਾਰਿਆ ਸੀ 1170 ਵਿੱਚ। ਤੇ 1170 ਤੋਂ ਲੈ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਲਕੁਲ ਐਂਡ ਵਾਲਾ ਜਿਹੜਾ ਅਖੀਰਲਾ ਸ਼ਲੋਕ ਉਚਾਰਿਆ ਗਿਆ ਉਹ ਉਦੋਂ ਉਚਾਰਿਆ ਗਿਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਹੈ ਦਿੱਲੀ ਦੇ ਵਿੱਚ ਚਾਂਦਨੀ ਚੌਂਕ। ਕਿਉਂਕਿ ਉਹਨਾਂ ਨੇ ਲਿਖ ਕੇ ਭੇਜਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਹੜੇ ਵਿੱਚ ਦੋਹਰੇ ਨੇ ਨਾ, ਉਹ ਦੋਹਰੇ ਜਿਹੜੇ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜੋ ਹੋ ਸਹਾਏ। ਜਾਂ ਉਹਦਾ ਜਵਾਬ ਦਿੱਤਾ ਕਿ ਬਲ ਹੁਆ ਬੰਧਨ ਛੁੱਟੇ ਸਭ ਕੁਛ ਹੋ ਤੂੰ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੂੰ ਹੀ ਹੋ ਸਹਾਏ। ਇਹ ਫਿਰ ਆਪਾਂ ਨੂੰ ਵੇਖਣਾ ਪਏਗਾ ਵੀ ਸ਼ਹੀਦੀ ਕਦੋਂ ਹੋਈ ਸੀ। ਤਾਂ ਇਹ ਸ਼ਹੀਦੀ ਜਿਹੜੀ ਹੈ ਇਹ ਮਹਾਰਾਜ ਜੀ ਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਹੁਣ ਮੈਂ ਗੱਲ ਛੇੜ ਲਈ ਸੀ ਪਰ ਕਈ ਵਾਰੀ ਮੈਂ ਸੰਨ ਬਾਰੇ ਬੋਲਦਾ ਨਹੀਂ ਬਹੁਤਾ। ਇਹ 66 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ 1666 ਵਿੱਚ, ਤੇ ਗੁਰੂ ਸਾਹਿਬ ਉਦੋਂ 9 ਸਾਲ ਦੇ ਸੀ। ਇਹਦਾ ਮਤਲਬ 1675 ਈਸਵੀ ਬਣਦੀ ਹੈ। ਹਾਂ, ਮੈਨੂੰ ਯਾਦ ਆ ਗਿਆ 1675 ਹੈ। ਤਾਂ 1675 ਤੋਂ ਪਿੱਛੇ 1100 ਤੁਸੀਂ 75 ਹੀ ਲਾ ਲਓ, ਚਲੋ 70 ਵੀ ਛੱਡੋ, ਤਾਂ ਆਪਾਂ ਗਿਣ ਲੈਂਦੇ ਹਾਂ 12 13 14 15 16, ਇਹ 500 ਸਾਲ ਬਣਦੇ ਨੇ। ਇਹ 500 ਸਾਲ ਜਿਹੜੀ ਭਗਤੀ ਲਹਿਰ ਚੱਲੀ ਸੀ ਨਾ, ਭਗਤੀ ਲਹਿਰ ਗੁਰਬਾਣੀ ਉਹਦੇ ਵਿੱਚੋਂ ਉਪਜੀ। ਪਹਿਲਾਂ ਕਰਮਕਾਂਡ ਦੀ ਲਹਿਰ ਹੈ ਸੀ, ਮਨੂ ਦੀ ਸਿਮਰਤੀ ਸੀ। ਕਰਮਕਾਂਡ 4 ਹਿੱਸਿਆਂ ਵਿੱਚ ਲੋਕਾਂ ਨੂੰ ਵੰਡਦੀ ਸੀ ਵੀ ਸ਼ੂਦਰ, ਬ੍ਰਾਹਮਣ, ਵੈਸ਼, ਖੱਤਰੀ। ਉਹ ਬ੍ਰਾਹਮਣ ਸਾਰਿਆਂ ਦੇ ਉੱਤੇ ਹਾਵੀ ਸੀ, ਸਾਰਿਆਂ ਦੇ ਉੱਤੇ ਆਪਣੀ ਵਰਨ ਵੰਡ ਕਰਦਾ ਸੀ ਵੀ ਤੂੰ ਬਰਾਬਰ ਬਹਿ ਕੇ ਰੋਟੀ ਨਹੀਂ ਖਾ ਸਕਦੇ। ਇਹ ਸਾਰੀਆਂ ਚੀਜ਼ਾਂ ਹਨ। ਜਦੋਂ ਗੁਰੂ ਸਾਹਿਬ ਦਾ ਟਾਈਮ ਆਇਆ ਉਦੋਂ ਭਗਤੀ ਲਹਿਰ ਚੱਲੀ ਹੈ, ਜਿਹਦੇ ਵਿੱਚ ਸਾਰੇ ਭਗਤ ਆਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ 15 ਭਗਤ ਹਨ ਤੇ 11 ਭੱਟ ਹਨ, ਤੇ ਗੁਰਸਿੱਖਾਂ ਦੀ ਬਾਣੀ ਤੇ 6 ਗੁਰੂ ਸਾਹਿਬ ਦੀ ਬਾਣੀ ਉਹਦੇ ਵਿੱਚ ਆਈ। ਤਾਂ ਉਹ ਇੱਕ 500 ਸਾਲ ਦਾ ਇੱਕ ਪਰਖਿਆ ਹੋਇਆ ਤੇ ਕਮਾਇਆ ਹੋਇਆ ਗਿਆਨ ਹੈ ਗੁਰਬਾਣੀ ਵਿੱਚ। ਪਹਿਲੀ ਗੱਲ ਤੇ ਇਹ ਸਾਨੂੰ ਮੰਨਣੀ ਚਾਹੀਦੀ, ਔਰ ਸਾਨੂੰ ਮਾਣ ਵੀ ਹੋਣਾ ਚਾਹੀਦਾ। ਔਰ ਦੂਜੀ ਗੱਲ ਮੈਂ ਕਰ ਰਿਹਾ ਸੀ ਵੀ ਆਦਿ ਗੁਰੂ ਗ੍ਰੰਥ ਸਾਹਿਬ ਉਦੋਂ ਵੀ ਮੌਜੂਦ ਸਨ ਜਦੋਂ ਅਜੇ ਦੁਨੀਆ ਵੀ ਨਹੀਂ ਸੀ ਬਣੀ। ਉਹ ਕਿਵੇਂ ਸਨ? ਗੁਰੂ ਗ੍ਰੰਥ ਸਾਹਿਬ ਦੇ 2 ਰੂਪ ਨੇ, ਇੱਕ ਆਕਾਰੀ ਤੇ ਇੱਕ ਨਿਰਾਕਾਰੀ। ਜਿਵੇਂ ਆਪਾਂ ਕਹਿੰਦੇ ਇੱਕ ਓਪਨ ਹੈ, ਇੱਕ ਸਾਇਲੈਂਟ ਹੈ, ਜਿਵੇਂ ਆਵਾਜ਼ ਨਹੀਂ ਆ ਰਹੀ ਤਾਂ ਉਸ ਤਰ੍ਹਾਂ ਹੋ ਜਾਂਦਾ।
ਤਾਂ ਗੁਰੂ ਗ੍ਰੰਥ ਸਾਹਿਬ ਜਿੱਥੋਂ ਦਾ ਜਿਹੜਾ ਸਰੂਪ ਹੈ ਨਾ, ਉਹ ਉਦੋਂ ਪਿੱਛੇ ਜਾ ਕੇ ਵੇਖੋ ਤਾਂ ਗੁਪਤ ਰੂਪ ਸੀ। ਜਿਵੇਂ ਬਾਣੀ ਵਿੱਚ ਆਪਾਂ ਪੜ੍ਹਨੇ, ਉਦੋਂ ਅਜੇ ਦੁਨੀਆ ਨਹੀਂ ਸੀ ਬਣੀ, ਉਦੋਂ ਇਹ ਸਾਰੇ ਬ੍ਰਹਿਮੰਡ ਦੇ ਵਿੱਚ ਸ਼ਬਦ ਰੂਪ ਹੋ ਕੇ ਸਮਾਇਆ ਹੋਇਆ ਸੀ। ਜਿਹੜਾ ਸ਼ਬਦ ਹੈ ਸਾਰੇ ਥਾਂ ਤੇ ਸਮਾਇਆ ਹੋਇਆ ਸੀ। ਫਿਰ ਇਹਦੇ ਤੋਂ ਅੱਗੇ ਸ੍ਰਿਸ਼ਟੀ ਬਣੀ, ਸਾਰੀ ਦੁਨੀਆ ਬਣੀ। ਸਾਡਾ ਗੁਰੂ ਹੈ ਜਿਹਦੇ ਤੋਂ ਸਾਰੀ ਦੁਨੀਆ ਬਣੀ। ਹੁਣ ਕਿੰਨੇ ਮਾਣ ਵਾਲੀ ਗੱਲ ਹੈ। ਤੁਸੀਂ ਅੱਗੇ ਪੜ੍ਹੋਗੇ, ਜਦੋਂ ਅੱਗੇ ਜਾਓਗੇ ਵੱਡੀਆਂ ਕਲਾਸਾਂ ਵਿੱਚ, ਤਾਂ ਤੁਸੀਂ ਅੱਗੇ ਸਾਇੰਟਿਸਟ ਵੀ ਬਣੋਗੇ, ਕੋਈ ਇੰਜੀਨੀਅਰ ਬਣੋਗੇ, ਕੋਈ ਕੁਝ ਬਣੋਗੇ, ਤਾਂ ਤੁਹਾਨੂੰ ਪਤਾ ਲੱਗੇਗਾ ਵੀ ਜਿਹੜੀ ਸਾਇੰਸ ਖੋਜ ਕਰ ਰਹੀ ਹੈ ਨਾਸਾ ਦੇ ਵਿੱਚ, ਜਿਹੜਾ ਅਮਰੀਕਾ ਦੇ ਵਿੱਚ ਸੈਂਟਰ ਹੈ ਵਿਗਿਆਨਕਾਂ ਦਾ ਬਹੁਤ ਵੱਡਾ ਸਾਇੰਸ ਦਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਰਹੇ ਨੇ, ਵੀ ਉਹਨਾਂ ਤੋਂ ਸਿੱਖ ਰਹੇ ਨੇ ਕਿ ਦੁਨੀਆ ਕਿਵੇਂ ਚੱਲ ਰਹੀ, ਕਿਵੇਂ ਬਣੀ। ਕਿਉਂਕਿ ਗੁਰਬਾਣੀ ਵਿੱਚ ਕਈ ਥਾਵਾਂ ਤੇ ਦੁਨੀਆ ਬਣਨ ਦਾ ਜਿਹੜਾ ਜ਼ਿਕਰ ਆਉਂਦਾ। ਜਿਹੜੇ ਪੁਰਾਣੇ ਧਰਮਾਂ ਨੇ ਕਿਹਾ ਸੀ ਵਿਗਿਆਨ ਬਹੁਤੀਆਂ ਨੂੰ ਤੋੜ ਚੁੱਕਾ ਹੁਣ ਤੱਕ, ਬਹੁਤੀਆਂ ਚੀਜ਼ਾਂ ਨੂੰ ਖਤਮ ਕਰ ਚੁੱਕਾ। ਜਿਵੇਂ ਕਹਿੰਦੇ ਸੀ ਵੀ ਸਾਡੇ ਪੁਰਾਣੇ ਸਮੇਂ ਵਿੱਚ ਸਾਨੂੰ ਵੀ ਸੁਣਾਉਂਦੀਆਂ ਹੁੰਦੀਆਂ ਸੀ, ਸਾਡੀਆਂ ਵਡੇਰੀਆਂ ਦਾਦੀਆਂ ਸਨ ਜਿਹੜੀਆਂ, ਉਹ ਬਈ ਚੰਦਰਮਾ ਦੇ ਉੱਤੇ ਇੱਕ ਕੋਈ ਚਰਖਾ ਕੱਤ ਰਹੀ ਹੈ ਮਾਈ ਬੈਠ ਕੇ, ਉਹ ਦਾਗ ਜਿਹੇ ਹੁੰਦੇ ਸੀ ਉੱਥੇ। ਗੁਰਬਾਣੀ ਨੇ ਇਸ ਤਰ੍ਹਾਂ ਨਹੀਂ ਕਿਹਾ ਕਿਤੇ ਵੀ। ਜਾਂ ਇੱਕ ਗੱਲ ਕਹੀ ਜਾਂਦੀ ਸੀ ਕਿ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੋਇਆ, ਤੇ ਜਦੋਂ ਉਹ ਇੱਕ ਥੱਕ ਜਾਂਦਾ, ਪੈਰ ਬਦਲਦਾ, ਇੱਕ ਇੱਧਰ ਉੱਧਰ ਹੁੰਦਾ, ਉਦੋਂ ਭੁਚਾਲ ਆ ਜਾਂਦਾ। ਇਹ ਪੁਰਾਣੇ ਕਈ ਥਾਵਾਂ ਤੇ ਲਿਖਿਆ ਹੋਇਆ ਸੀ ਵੀ ਇੱਕ ਬਲਦ ਨੇ ਚੁੱਕਿਆ। ਗੁਰੂ ਸਾਹਿਬ ਨੇ ਉਹਦਾ ਜਿਹੜਾ ਅਸਲੀ ਸਰੂਪ ਸੀ ਸਾਡੇ ਸਾਹਮਣੇ ਲਿਆਂਦਾ। ਗੁਰੂ ਸਾਹਿਬ ਨੇ ਕੀ ਕੀਤਾ? ਗੁਰੂ ਸਾਹਿਬ ਨੇ ਧਰਮ ਦੀਆਂ ਗੁੰਝਲਾਂ ਜਿਹੜੀਆਂ ਬੰਦਾ ਨਹੀਂ ਸਮਝ ਸਕਦਾ, ਉਹਨਾਂ ਨੂੰ ਸੌਖੀਆਂ ਕਰਕੇ ਦੱਸਿਆ, ਔਰ ਆਪਣੇ ਤਜਰਬੇ ਵਿੱਚੋਂ ਦੱਸਿਆ, ਨਾ ਕਿ ਕਿਸੇ ਪਿਛਲੀਆਂ ਕਿਤਾਬਾਂ ਦੇ ਆਧਾਰ ਤੇ ਦੱਸਿਆ। ਸੌਖਾ ਕਰੇ। ਉਹਨਾਂ ਕਿਹਾ ਵੀ ਧਰਮ ਜਿਹੜਾ ਧੌਲ ਦਾ ਮਤਲਬ ਹੁੰਦਾ ਚਿੱਟਾ, ਧੌਲਾ ਸ਼ਬਦ ਕਹਿੰਦੇ ਆਪਾਂ ਕੇਸ ਦਾੜੀ ਵਿੱਚ ਆ ਜਾਏ ਨਾ ਧੌਲਾ, ਆਪਾਂ ਕਹਿੰਦੇ ਆ ਵੀ ਧੌਲਾ ਆ ਗਿਆ, ਵੀ ਚਿੱਟੇ ਰੰਗ ਦਾ ਬਲਦ। ਤਾਂ ਉਹਦਾ ਅਰਥ ਸੀ ਧਰਮ। ਧਰਮ ਕਹਿੰਦੇ ਨੇ ਵੀ ਜਿਹੜੇ ਸਾਰੇ ਰੰਗ, ਜਿਵੇਂ ਕੋਈ ਲਾਲ, ਪੀਲਾ, ਹਰਾ, ਚਿੱਟਾ, ਇਹ ਸਾਰੇ ਤੁਸੀਂ ਮਿਲਾ ਦਿਓ ਤੇ ਚਿੱਟਾ ਰੰਗ ਬਣ ਜਾਂਦਾ। ਧਰਮ ਉਹਨੂੰ ਕਹਿੰਦੇ ਨੇ ਜਿਹੜਾ ਆਪਣੇ ਵਿੱਚ ਸਾਰੀਆਂ ਚੀਜ਼ਾਂ ਨੂੰ ਆਪਣੇ ਵਿੱਚ ਮਿਲਾ ਲਵੇ, ਧਰਮ ਉਹਨੂੰ ਕਹਿੰਦੇ ਨੇ। ਉਹਦੇ 'ਚ ਇੰਨੀ ਵਿਸ਼ਾਲਤਾ ਹੁੰਦੀ। ਇਹਦੇ ਵਿੱਚ ਮੈਂ ਤਾਂ ਇਹ ਗੱਲ ਕਰ ਰਿਹਾ ਵੀ ਆਪਾਂ ਆਪਣੇ ਪੰਥ ਦੇ ਪ੍ਰਤੀ ਤਾਂ ਪਰਪੱਕ ਹੋਣਾ, ਪਰ ਕੱਟੜ ਨਹੀਂ ਹੋਣਾ। ਆਪਣਾ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਦ੍ਰਿਸ਼ਟੀਕੋਣ ਹੈ, ਜਿਹੜਾ ਐਂਗਲ, ਬਹੁਤ ਖੁੱਲ੍ਹਾ ਉਹਨਾਂ ਦਾ ਵਿਹੜਾ ਹੈ ਗੁਰੂ ਸਾਹਿਬ ਦਾ। ਉਹਦੇ 'ਚ ਕਈ ਤਰ੍ਹਾਂ ਦੀਆਂ ਧਾਰਾਵਾਂ ਆ ਕੇ ਮਿਲ ਸਕਦੀਆਂ ਨੇ। ਜਿਵੇਂ ਗੁਰਬਾਣੀ ਦੇ ਵਿੱਚ ਨਮਾਜ਼ ਵਾਲਾ ਬਾਬਾ ਫਰੀਦ ਸਾਹਿਬ ਜੀ ਨਮਾਜ਼ ਜੀ ਦੀ ਗੱਲ ਕਰਦੇ, ਉਹ ਵਿੱਚ ਬੈਠੇ ਨਮਾਜ਼ੀ ਵੀ ਨੇ, ਪੰਡਤ ਵੀ ਨੇ, ਪਰ ਉਹਨਾਂ ਦਾ ਜਿਹੜਾ ਮੁੱਖ ਧਾਰਾ ਜਿਹੜੀ ਉਹ ਇੱਕੋ ਹੀ ਹੈ ਗੁਰੂ ਗ੍ਰੰਥ ਸਾਹਿਬ ਦੀ। ਇੱਕ ਹੁੰਦੀ ਹੈ ਮੁੱਖ ਧਾਰਾ, ਇੱਕ ਹੁੰਦੀ ਹੈ ਸਪੋਰਟ ਬਾਹਰੋਂ ਆ ਰਹੀ ਧਾਰਾ। ਜਿਵੇਂ ਇੱਕ ਏਅਰਪੋਰਟ ਹੁੰਦਾ ਹੈ, ਏਅਰਪੋਰਟ ਇੱਕ ਹੁੰਦਾ, ਪਰ ਉਹਦੇ ਫਲਾਈਟਾਂ ਕਈ ਪਾਸਿਓਂ ਹੁੰਦੀਆਂ ਨੇ। ਇਸ ਤਰ੍ਹਾਂ ਕੇਂਦਰ ਹਨ ਗੁਰੂ ਗ੍ਰੰਥ ਸਾਹਿਬ ਜੀ। ਇਹ ਤਾਂ ਜੇ ਹੌਲੀ ਹੌਲੀ ਸਾਹਮਣੇ ਆ ਗਿਆ ਵੀ ਗੁਰਬਾਣੀ ਕਿੱਡੀ ਮਹਾਨ ਹੈ, ਤਾਂ ਜਦੋਂ ਅਸੀਂ ਦੁਨੀਆ ਨੂੰ ਦੱਸਣ ਜੋਗੇ ਹੋ ਗਏ। ਅਜੇ ਤਾਂ ਅਸੀਂ ਪੰਜਾਬ ਨੂੰ ਵੀ ਨਹੀਂ ਦੱਸ ਸਕੇ ਵੀ ਗੁਰੂ ਸਾਹਿਬ ਗੁਰਬਾਣੀ ਕੀ ਕਹਿ ਰਹੀ। ਅਜੇ ਤਾਂ ਸਾਡੇ ਤੋਂ ਪੰਜਾਬ ਨੂੰ ਨਹੀਂ ਦੱਸਿਆ ਗਿਆ। ਔਰ ਜਿਹੜੀ ਧਰਮ ਦੀ ਸਾਰੀ ਪਾਵਰ ਹੈ, ਜਿਹੜੀ ਤਾਕਤ ਹੈ, ਉਹ ਅਸੀਂ ਇੱਧਰ ਨਹੀਂ ਲਾ ਰਹੇ। ਉਹਨੂੰ ਅਸੀਂ ਬਾਹਰ ਹੀ, ਯਾਨੀ ਕਿ ਆਪਣੀਆਂ ਲੜਾਈਆਂ ਪੜ੍ਹਾਈਆਂ ਵਿੱਚ ਜਾਂ ਇਕੱਲੇ ਇੱਕ ਧਰਮ ਦੇ ਬਾਹਰਲੇ ਅੰਗਾਂ ਤੇ ਲਾ ਰਹੇ ਹਾਂ। ਤਾਂ ਹੁਣ ਆਪਾਂ ਗੱਲ ਕਰਾਂਗੇ। ਇੱਕ ਤਾਂ ਗੱਲ ਸਪਸ਼ਟ ਹੋ ਗਈ ਕਿ ਗੁਰੂ ਗ੍ਰੰਥ ਸਾਹਿਬ ਦਾ ਸੂਖਮ ਰੂਪ, ਜਿਹੜਾ ਸੂਖਮ ਸ਼ਬਦ ਤਾਂ ਮੇਰੇ ਖਿਆਲ ਆਉਣਾ ਚਾਹੀਦਾ ਤੁਹਾਨੂੰ, ਕਿਉਂਕਿ ਬਾਣੀ ਦੇ ਵਿੱਚ ਆਮ ਬੜੀ ਵਾਰੀ ਲਫ਼ਜ਼ ਆਉਂਦਾ। ਸੂਖਮ ਮੈਨੇ ਉਹ ਚੀਜ਼ ਜਿਹੜੀ ਹੋਵੇ ਪਰ ਨਜ਼ਰ ਨਾ ਆਵੇ ਇਹਨਾਂ ਅੱਖਾਂ ਦੇ ਨਾਲ। ਜਿਵੇਂ ਹਵਾ ਹੈ, ਹਵਾ ਸੂਖਮ ਹੈ। ਜਿਵੇਂ ਧੁੱਪ, ਉਹ ਥੋੜੀ ਜਿਹੀ ਉਹਦੇ ਸੂਖਮ ਤੋਂ ਉਤਲੇ ਤਲ ਤੇ ਚਲੀ ਗਈ। ਤਾਂ ਗੁਰਬਾਣੀ ਜੀਵਨ ਕਿਵੇਂ ਬਦਲਦੀ ਹੈ? ਗੁਰਬਾਣੀ ਜੀਵਨ ਜਿਹੜੀ ਹੈ, ਸਾਡਾ ਜੀਵਨ ਜਿਹੜਾ ਪਹਿਲਾਂ ਤੇ ਵੇਖਣਾ ਪਏਗਾ ਵੀ ਮੈਂ ਗੁਰਬਾਣੀ ਬਾਰੇ ਥੋੜੀ ਜਿਹੀ ਗੱਲ ਕੀਤੀ ਵੀ ਗੁਰਬਾਣੀ ਨੂੰ ਪਹਿਲਾਂ ਤਾਂ ਇੱਕ ਗੱਲ ਤੁਸੀਂ 2 ਮਿੰਟ ਵਿੱਚ ਕਹਿ ਦਿਆਂ ਵੀ ਪੱਕਾ ਕਰਕੇ ਸਮਝੋ ਵੀ ਗੁਰਬਾਣੀ ਇੱਕ ਸਿੱਖਿਆ ਵੀ ਹੈ, ਉਪਦੇਸ਼ ਵੀ ਹੈ, ਪਰ ਗੁਰਬਾਣੀ ਇੱਕ ਉਹ
ਉਹ ਭਾਸ਼ਾ ਹੈ ਜਿਹੜੀ ਇਸ ਲੋਕ ਤੋਂ ਪਾਰ ਦੀ ਖਬਰ ਦਿੰਦੀ ਹੈ ਜਿੱਥੇ ਆਪਾਂ ਵਸਦੇ ਹਾਂ। ਪਿੱਛੇ ਜੀ ਕਿਸੇ ਨੇ ਬੜਾ ਸੋਹਣਾ ਇੱਕ ਬਿਆਨ ਦਿੱਤਾ ਸੀ, ਜਿਹੜੇ ਉਹ ਇਹਨਾਂ ਦੇ ਆਏ ਸਨ, ਲਾਮਾ ਸਨ, ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਸੀ। ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਹਦੇ ਵਾਸਤੇ ਕਾਗਜ਼, ਸਿਆਹੀ ਤੇ ਕਲਮ, ਇਹ ਤਾਂ ਇੱਥੋਂ ਲਈ ਗਈ ਹੈ, ਇਸ ਧਰਤੀ ਤੋਂ। ਕਾਗਜ਼, ਸਿਆਹੀ ਤੇ ਕਲਮ ਇਹ ਤਾਂ ਇੱਥੋਂ ਲਏ ਗਏ ਨੇ, ਪਰ ਜਿਹੜੇ ਇਹਦੇ ਵਿੱਚ ਲਫ਼ਜ਼ਾਂ ਦੀ ਤਸੀਰ ਹੈ ਉਹ ਪਰਲੋਕ ਤੋਂ ਆਈ ਹੈ। ਤੁਸੀਂ ਸੁਣਿਆ ਹੋਣਾ ਨਾ, ਗੁਰੂ ਨਾਨਕ ਸਾਹਿਬ ਜਦੋਂ ਕਹਿੰਦੇ ਸਨ ਮਰਦਾਨਿਆਂ, ਤੁਰਭਾਵ ਛੇੜ ਬਾਣੀ ਆਈ ਹੈ। ਤਾਂ ਬਾਣੀ ਆਈ ਦਾ ਮਤਲਬ ਕੀ ਸੀ? ਬਾਣੀ ਕਿਦੋਂ ਉਤਰ ਰਹੀ ਸੀ? ਕਿਸੇ ਬੁੱਧੀ ਦੇ ਯਾਨੀ ਕਿ ਸਾਡੇ ਦਿਮਾਗ ਵਿੱਚੋਂ ਨਹੀਂ ਸੀ ਆ ਰਹੀ, ਧੁਰ ਤੋਂ ਆ ਰਹੀ ਸੀ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਉਹ ਧੁਰੋਂ ਆ ਰਹੀ ਸੀ। ਧੁਰ ਜਿਹੜਾ ਦਰਗਾਹ ਹੈ ਤਾਂ ਉੱਥੋਂ ਆ ਰਹੀ ਸੀ। ਤਾਂ ਉਹ ਕਹਿੰਦੇ ਸੀ ਬਾਣੀ, ਜਿਵੇਂ ਸਾਡੇ ਸਾਖੀਕਾਰਾਂ ਨੇ ਇਹ ਬੜਾ ਸੋਹਣਾ ਅਲੰਕਾਰ ਜਿਹੜਾ ਰੂਪਕ ਬਣਾਇਆ ਇੱਕ ਇਤਿਹਾਸ ਦੇ ਅੰਦਰ, ਕਿ ਫਿਰ ਗੁਰੂ ਸਾਹਿਬ ਕਹਿੰਦੇ ਸੀ ਬਾਣੀ ਆਈ ਮਰਦਾਨੇ ਰਬਾਬ ਛੇੜ, ਮਤਲਬ ਬਾਣੀ ਨੂੰ ਗਾ ਕੇ ਉਤਾਰਿਆ। ਤੇ ਗਾਉਂਦਾ ਉਹ ਗਾਇਆ ਉਦੋਂ ਜਾਂਦਾ ਜਦੋਂ ਖੁਸ਼ੀ ਹੋਵੇ ਮਨ ਵਿੱਚ। ਖੁਸ਼ੀ ਤੋਂ ਬਿਨਾਂ ਗਾਇਆ ਨਹੀਂ ਜਾ ਸਕਦਾ। ਵਿਕਾਸ ਹੋਵੇ, ਖੇੜਾ ਹੋਵੇ, ਆਨੰਦ ਹੋਵੇ। ਤਾਂ ਉਹ ਕਹਿੰਦੇ ਸੀ ਰਬਾਬ ਛੇੜ, ਕਿਉਂਕਿ ਬਾਣੀ ਰਾਗ ਦੇ ਰਾਹੀਂ ਉਤਰੀ ਹੈ। ਆ ਤੁਸੀਂ ਜਦੋਂ ਬਾਣੀ ਪੜ੍ਹੋਗੇ ਨਾ, ਤੁਸੀਂ ਵੇਖੋਗੇ ਮਹੱਲਾ ਸ਼ਬਦ ਜਿਹੜਾ ਥੱਲੇ ਲਿਖਿਆ ਹੋਇਆ, ਮਹੱਲਾ ਪਹਿਲਾ ਜਾਂ ਦੂਜਾ ਜਾਂ ਤੀਜਾ, ਪਰ ਉਹਦੇ ਉੱਤੇ ਲਿਖਿਆ ਹੋਏਗਾ ਰਾਗ ਸ੍ਰੀ ਰਾਗ, ਉਹਦੇ ਉੱਤੇ ਲਿਖਿਆ ਰਾਗ ਗੌੜੀ, ਰਾਗ ਮਾਂਝ। ਇਹ ਰਾਗ ਪਹਿਲਾਂ ਕਿਉਂ? ਕਿਉਂਕਿ ਉਸ ਰਾਗ ਨਾਦ ਦੇ ਵਿੱਚੋਂ ਬਾਣੀ ਉਤਰੀ ਥੱਲੇ, ਇੱਕ ਆਵਾਜ਼ ਵਿੱਚੋਂ ਉਤਰੀ ਹੈ। ਇਹ ਕੋਈ ਬੁੱਧੀ ਦੀ ਇਕੱਲੀ ਇਹ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਮੈਨੂੰ ਬਹੁਤਾ ਤੇ ਅਜੇ ਮੈਂ ਅੱਜ ਆਪਾਂ ਪਹਿਲੀ ਵਾਰੀ ਰੂਬਰੂ ਹੋਏ ਹਾਂ, ਤੇ ਜਿਵੇਂ ਤੁਹਾਡੇ ਟੀਚਰ ਸਾਹਿਬਾਨ ਨੇ, ਅਧਿਆਪਕ ਨੇ, ਜਾਂ ਤੁਹਾਡੇ ਪ੍ਰਬੰਧਕ ਨੇ, ਮੈਨੂੰ ਹੁਣੇ ਸਿੰਘਾਂ ਨੇ ਦੱਸਿਆ ਵੀ ਆਪਣੇ ਇਹ ਚਲਾ ਰਹੇ ਨੇ ਭਾਈ ਜਸਵੀਰ ਸਿੰਘ ਜੀ, ਸ਼ਾਇਦ ਭਾਈ ਜਸਵਿੰਦਰ ਸਿੰਘ ਜੀ, ਜਿਹੜੇ ਆਪਣੇ ਇੰਗਲੈਂਡ ਤੋਂ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੇ ਨਾਲ ਮੈਂ ਕਈ ਵਾਰੀ ਉਹਨਾਂ ਨੂੰ ਵੇਖਿਆ ਸੀ। ਤਾਂ ਅੱਜ ਕੱਲ੍ਹ ਇੱਕ ਸਾਡੇ ਵਿੱਚ ਇੱਕ ਲਹਿਰ ਚੱਲ ਰਹੀ ਹੈ, ਉਹਦੀ ਗੱਲ ਕਰਨੀ ਜ਼ਰੂਰੀ ਹੈ। ਜੋ ਗੁਰਬਾਣੀ ਨੂੰ ਇੱਕ ਸਕੂਲੀ ਐਜੂਕੇਸ਼ਨ ਨੌਲੇਜ ਵਾਸਤੇ ਯਾਨੀ ਕਿ ਇਸ ਤਰ੍ਹਾਂ ਉਹਨੂੰ ਪੇਸ਼ ਕਰ ਰਹੀ ਹੈ ਕਿ ਇਹ ਇੱਕ ਡਾਇਰੈਕਸ਼ਨ ਹੈ, ਸਿਰਫ ਜੀਵਨ ਦੇ ਉੱਠਣ ਖਲੋਣ ਬਹਿਣ ਦਾ ਜਾਚ ਦੱਸਣ ਵਾਸਤੇ। ਇਹ ਗੱਲ ਧਿਆਨ ਵਿੱਚ ਤੁਸੀਂ ਰੱਖਣੀ ਹੈ। ਠੀਕ ਹੈ, ਗੁਰਬਾਣੀ ਹਰ ਇੱਕ ਪੱਖ ਤੇ ਗੱਲ ਕਰਦੀ ਹੈ ਕਿ ਤੁਹਾਡਾ ਇੱਕ ਮਾਤਾ ਪਿਤਾ ਨਾਲ ਰਿਸ਼ਤਾ ਕਿਵੇਂ ਦਾ ਹੋਣਾ ਚਾਹੀਦਾ, ਭਰਾਵਾਂ ਨਾਲ ਕਿਵੇਂ ਦਾ ਹੋਣਾ ਚਾਹੀਦਾ। ਇਹ ਫਿਜ਼ੀਕਲੀ ਵੀ, ਸਰੀਰਕ ਤੌਰ ਤੇ ਵੀ ਸਿੱਖਿਆ ਦਿੰਦੀ ਬਾਣੀ, ਸਾਰੀ ਦਿੰਦੀ। ਪਰ ਇਹ ਕਹਿ ਦੇਣਾ ਕਿ ਗੁਰਬਾਣੀ ਦਾ ਸਕੂਲੀਕਰਨ ਕਰਨਾ ਹੈ, ਯਾਨੀ ਕਿ ਇਹ ਇੱਕ ਸਿਰਫ ਦਿਮਾਗ ਦੀ ਘਾੜਤ ਵਿੱਚੋਂ ਨਿਕਲੀ ਔਰ ਦਿਮਾਗ ਨੂੰ ਜਾਣੀ, ਇਹ ਤਾਂ ਫਿਰ ਉਹ ਇੱਕ ਸ਼ਬਦ ਆਉਂਦਾ ਗੁਰਬਾਣੀ ਵਿੱਚ, ਉਹ ਗੱਲ ਉਹਦੇ ਤੇ ਟੁੱਕਦੀ ਵੀ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕੌਣ ਵਡਾਈ। ਕਹਿੰਦੇ ਤੂੰ ਤੇ ਸੁਲਤਾਨ ਬਾਦਸ਼ਾਹ ਸਾਂ ਚੱਕਰਵਰਤੀ, ਤੇ ਮੈਂ ਤੈਨੂੰ ਮੀਆਂ ਯਾਨੀ ਕਿ ਉਹਦੇ ਤੋਂ ਮੰਗਣ ਵਾਲਾ ਬਣਾ ਦਿੱਤਾ ਹੈ। ਗੁਰਬਾਣੀ ਸੀ ਨਿਰੰਕਾਰ, ਗੁਰਬਾਣੀ ਨਿਰੰਕਾਰ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਔਰ ਤੁਸੀਂ ਅੱਜ ਪੁੱਛਿਆ, ਮੈਂ ਪੂਰਾ ਨਹੀਂ ਉਤਰ ਸਕਾਂਗਾ ਇੰਨੇ ਟਾਈਮ ਦੇ ਵਿੱਚ, ਵੀ ਕਿਵੇਂ ਜੀਵਨ ਕਿੰਨਾ ਕੁ ਬਦਲਦੀ ਬਾਣੀ, ਗੁਰਬਾਣੀ ਜੀਵਨ ਕਿੰਨਾ ਕੁ ਬਦਲਦੀ ਹੈ। ਗੁਰਬਾਣੀ ਇੰਨਾ ਜੀਵਨ ਬਦਲਦੀ ਬੰਦੇ ਦਾ ਕਿ ਗੁਰਬਾਣੀ ਇੱਕ ਦਿਨ ਤੁਹਾਨੂੰ ਗੁਰਬਾਣੀ ਬਣਾ ਦਿੰਦੀ ਹੈ। ਤੇ ਗੁਰਬਾਣੀ ਹੈ ਕੀ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਗੁਰਬਾਣੀ ਨੇ ਤੁਹਾਨੂੰ, ਜਿਵੇਂ ਗੁਰੂ ਨੇ ਤੁਹਾਨੂੰ ਪਹਿਲਾਂ ਆਪਣਾ ਸਿੱਖ ਬਣਾਇਆ ਸੀ, ਉਹ ਪਹਿਲਾ ਸਟੈਪ ਸੀ। ਫਿਰ ਤੁਹਾਨੂੰ ਗੁਰੂ ਨੇ ਸਿੱਖ ਨਹੀਂ ਰਹਿਣ ਦਿੱਤਾ, ਫਿਰ ਕੀ ਬਣਾਇਆ? ਗੁਰਸਿੱਖ। ਇਹ ਦੂਜਾ ਸਟੈਪ ਆ ਗਿਆ।
मैं तुहानू शब्द दस देना, तुसीं ध्यान नाल पढ़ लेना भी सिख तो गुरसिख किवें बणीदा। गुरबाणी विच दो लफ्ज़ां नूं तुसीं ध्यान नाल पढ़िया जी। सिख दा मतलब हुंदा है कि जो अजे सिखण आया है, और गुरु रामदास जी का शब्द है कि गुर सतगुर का जो सिख अखाए सो भलके उठ हर नाम ध्यावै। ये शब्द तुसीं अपने आईपैड चों कढ़ लिया जे। अजकल तो हुण नालों नाल तुसीं वेख सकदे हो कढ़ के सारा कुछ। तो ये गल, ये शब्द सिख तो शुरू करता पहली क्लास, अगे फिर सारी पढ़ाई, फिर की करे, फिर वो इशनान करे। सारी सारी जाच दसी हुई है की करना सिख ने। सो भलके उठ हर नाम ध्यावै। ये गल बड़ी, मैं ज़्यादा ही डूंघाई विच चला गया तो टाइम सारा लग गया। तो वो सिख की करे, सब तो पहला काम की है, नाम ध्यावे। पहला नाम ध्यावे का ध्यान विच उठदियां सार पहला आपां ध्यान जिहड़ा खाली अंदर हुंदा साडा बिल्कुल सवेरे जदों सुत्ते उठने। कई हकीम कहंदे ना भी आ दवाई तू खाली अंदर खानी तां असर करेगी। तो थोड़ा चिर जदों तुसीं अज एक गल थोड़ी जी तुसीं, मैं सिफारिश करांगा भी लिख लो तुसीं अज एक काम तो अज शुरू करो। मैं बहुता नहीं तुहानूं बोझ पाउणा भी घंटा लाओ जां अद्धा घंटा जां किन्ना चिर, वो नहीं मैं अजे कहना। तुहानूं मैं एक गल तुहानूं कहनी, वो तुसीं नोट कर लो भी जदों तुहानूं सवेरे जाग आवे, भावें उत्थे वो मंजे ते बैठ जाओ, अजे किते तुसीं ना मूँह धोता ना इशनान किया, कुछ नहीं किया, बैठे हो सिर्फ, तो एकदम नहीं उठना, मंजे तो थले नहीं छाल मारनी। जदों जाग आ जाए पहली, भावें किन्ने बजे आ जाए। कई बार तुसीं वेख्या बंदे नूं आम तौर ते कहंदे ने भी जे बंदा सही टाइम ते सौ जाए तो उन्होंने कई बार 2-2:30 बजे 3 बजे दे विच एक बारी जाग जरूर आउंदी है। ਉਹਦਾ ਕਾਰਨ ਹੈ ਕਿ ਆਪਾਂ ਇੱਕ ਨੇਚਰ ਦੇ, ਇੱਕ ਕੁਦਰਤ ਦੇ ਅੰਗ ਆ, ਤੇ ਕੁਦਰਤ ਜਿਹੜੀ ਹੈ ਇੱਕ ਵਾਰੀ ਅੰਮ੍ਰਿਤ ਵੇਲੇ ਸਾਰੇ ਜੀਵਾਂ ਨੂੰ ਜਾਗਰਤ ਕਰਦੀ, ਜਗਾਉਂਦੀ ਹੈ। ਉਦੋਂ ਰੁੱਖ ਵੀ ਜਾਗ ਪੈਂਦੇ ਨੇ। ਤੁਸੀਂ ਕਈ ਵਾਰੀ ਵੇਖਿਆ ਜੇ ਪਿੰਡਾਂ ਵਿੱਚ ਵੇਖੋ, ਕਈ ਪੰਛੀ 2:30-3 ਵਜੇ ਬੋਲਦੇ ਨੇ ਰੁੱਖਾਂ ਦੇ ਉੱਤੇ। ਮੈਂ ਨਹੀਂ ਕਹਿ ਰਿਹਾ ਵੀ ਤੁਸੀਂ 2:30 ਵਜੇ ਉੱਠਣਾ ਹੈ अपनी नींद के मुताबिक। मैं तुहाडे नाल गल कर रहा भी एक बारी तुहानूं कुदरत ने अंदरों जगाउणा है 2:30-3 बजे। वो तुसीं किन्ने बजे सोते हो, उहदे सुते रात नूं उहदे ते डिपेंड करता है। अजकल तो सारा हालात ही खराब हो गया भी रात नूं जे तुसीं हुण अपना फेसबुक वेखण लग गए जां होर कुछ, तां वो नींद खराब हो जानी है। एक ये भी गल विच अजकल दी जरूरी अंग इहदी गल करनी जरूरी है भी जदों तुसीं सौणा तो ਉਹਦੇ ਤੋਂ 1 घंटा ਪਹਿਲਾਂ ਤੁਸੀਂ ਫੋਨ नहीं ਵੇਖਣਾ। ਜਦੋਂ ਸੌਣਾ 1 घंटा ਪਹਿਲਾਂ ਫੋਨ ਬਿਲਕੁਲ ਨਹੀਂ ਵੇਖਣਾ। ਫੋਨ ਦੀ ਰੋਸ਼ਨੀ ਨਹੀਂ ਪੈਣੀ ਚਾਹੀਦੀ ਤੁਹਾਡੀਆਂ ਅੱਖਾਂ ਦੇ ਉੱਤੇ, ਕਿਉਂਕਿ ਸਾਡੇ ਅੱਖਾਂ ਦੇ ਪਿੱਛੇ ਦਿਮਾਗ ਦੇ ਵਿੱਚ ਇਹ ਸੈਂਟਰ ਬਣੇ ਹੋਏ ਨੇ। ਉਹ ਪੂਰੀ ਤਰ੍ਹਾਂ ਤਾਂ ਸੌਂਦੇ ਨੇ ਜੇ ਉਹਨੂੰ 1 घंटा ਪਹਿਲਾਂ ਕੋਈ ਵੀ ਰੋਸ਼ਨੀ ਨਾ ਦਿਖਾਓ ਤੇ ਸਹੀ ਨੀਂਦ ਉਹਨੂੰ ਤਾਂ ਆਉਂਦੀ। तो फोन के विचों तो होर बड़ा कुछ निकलता, रेडिएशन निकलती कई कुछ। वो नींद सानू आ जाती है पर थकावट नहीं लेंदी दिमाग की, ताज़ा नहीं होता सवेरे। तो फोन सौण तो पहला 1 घंटा बंद कर देना, तो फिर जाग वधिया आवेगी सवेरे। तो तुसीं जदों भी जागो, मैं नहीं कहता किन्ने बजे, तुहाडा अपना विशा है। 2:30 बजे 3 बजे 4 5 6 जदों भी उठदे हो, तो उदों उठ के एकदम ਤੁਸੀਂ ਮੰਜੇ ਤੋਂ ਭੱਜਣਾ ਨਹੀਂ, ਕਿਉਂਕਿ ਉਦੋਂ ਜਿਹੜੀ ਸਾਡੀ ਅੰਦਰ એનર્ਜੀ ਚੇਤਨਾ ਸਾਰੀ ਇੱਕ ਤਰ੍ਹਾਂ ਨਾਲ ਇੱਕ ਥਾਂ ਤੇ ਇਕੱਠੀ ਹੋਈ ਹੁੰਦੀ ਹੈ ਤੇ ਉਹਨੇ ਫਿਰ ਸਾਰੇ ਸਰੀਰ 'ਚ ਫੈਲਣਾ ਹੁੰਦਾ ਹੈ। ਜਦੋਂ ਅਸੀਂ ਇੱਕਦਮ ਭੱਜ ਪੈਂਦੇ ਹਾਂ ਉਹ ਡਿਸਟਰਬ ਹੋ ਜਾਂਦੀ, ਜਿਹੜੀ ਸਾਡੇ ਅੰਦਰ ਸਿਸਟਮ ਜਿਹੜਾ ਉਹ ਡਿਸਟਰਬ ਹੋ ਜਾਂਦਾ ਸਾਰਾ ਦਿਨ। ਫਿਰ ਉਹ ਬੰਦਾ, ਉਸ ਬੰਦੇ ਦਾ ਮਨ ਸਾਰਾ ਦਿਨ ਟਿਕਾ ਵਿੱਚ ਨਹੀਂ ਆਏਗਾ ਜਿਹੜਾ ਇੱਕਦਮ ਉੱਠ ਕੇ ਭੱਜ ਪਿਆ। ਵੇਖੋ ਗੁਰੂ ਸਾਹਿਬ ਨੇ ਸਾਨੂੰ ਕਿੰਨੀਆਂ ਵਿਗਿਆਨਕ ਗੱਲਾਂ ਵੀ ਦੱਸ ਦਿੱਤੀਆਂ। ਤਾਂ ਉਦੋਂ 5 ਮਿੰਟ ਬਹਿ ਕੇ, ਜਿਵੇਂ ਤੁਸੀਂ ਬੜਾ ਸੋਹਣਾ ਬੱਚੀਆਂ ਸਿਮਰਨ ਕਰ ਰਹੀਆਂ ਸਨ, ਬੋਲਣ ਦੀ ਵੀ ਲੋੜ ਨਹੀਂ, ਧਿਆਨ ਵਿੱਚ ਲਿਆਉਣਾ ਇਹਨੂੰ ਪਹਿਲਾਂ, ਕਿਉਂਕਿ ਗੁਰੂ ਸਾਹਿਬ ਨੇ ਧਿਆਵੈ ਲਿਖਿਆ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰਿ ਨਾਮ ਧਿਆਵੈ। ਇਹ ਕੰਮ ਤਾਂ ਅੱਜ ਤੁਸੀਂ ਨੋਟ ਕਰ ਲਓ ਬਾਈ, ਇਹ ਮੇਰੀ ਫੀਸ ਹੈ ਅੱਜ ਦੇ ਪ੍ਰੋਗਰਾਮ ਦੀ, ਠੀਕ ਹੈ ਨਾ।
ਇਹ ਤੁਸੀਂ ਰੋਜ਼ ਕਰਿਆ ਕਰੋ। ਜਦੋਂ ਉੱਠਣਾ 5 ਮਿੰਟ 7 ਮਿੰਟ 8 ਮਿੰਟ 10 ਮਿੰਟ, ਕੀ ਪਤਾ ਹੌਲੀ ਹੌਲੀ ਤੁਹਾਨੂੰ ਇੰਨਾ ਆਨੰਦ ਆਉਣ ਲੱਗ ਪਏ ਤੁਸੀਂ 15 ਮਿੰਟ ਵੀ ਲਾ ਦਿਆ ਕਰੋ, ਜ਼ਿਆਦਾ ਵੀ ਲਾ ਸਕਦੇ ਹੋ। ਤੇ ਇਹ ਬਾਅਦ ਦੀ ਗੱਲ ਹੈ, ਪਰ ਸ਼ੁਰੂ ਜ਼ਰੂਰ ਕਰੋ। ਤਾਂ ਉਹ ਪਹਿਲਾ ਸਟੈਪ ਹੈ ਗੁਰੂ ਸਾਹਿਬ ਦਾ। ਬਾਣੀ ਦਾ ਰੂਪ ਬਣਨਾ ਤਾਂ ਇੱਥੋਂ ਸ਼ੁਰੂ ਕਰਨਾ ਪਏਗਾ। ਇਹ ਕੁਝ ਬੁੱਧੀ ਤੋਂ ਅਗਲੀਆਂ ਗੱਲਾਂ ਨੇ ਗੁਰਬਾਣੀ ਦੇ ਵਿੱਚ। ਆਪਾਂ ਸੰਸਾਰਿਕ ਵਿੱਦਿਆ ਲੈਣੀ ਹੈ, ਉਹ ਬੁੱਧੀ ਤੱਕ ਦੀਆਂ ਗੱਲਾਂ ਨੇ। ਸੰਸਾਰਿਕ ਜਿਹੜੀ ਪੜ੍ਹਾਈ ਹੈ ਉਹ ਸਾਨੂੰ ਆਰਥਿਕ ਤੌਰ ਤੇ ਸਟਰੋਂਗ ਕਰਦੀ ਹੈ, ਸਾਨੂੰ ਸਾਡਾ ਅਰਥ ਸ਼ਾਸਤਰ ਜਿਹੜਾ ਸਾਡੀ ਜ਼ਮੀਨ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਜਿਵੇਂ ਅੱਜ ਪੰਜਾਬ ਦੇ ਸਾਰੇ ਇੱਥੋਂ ਲੋਕ ਭੱਜ ਰਹੇ ਨੇ, ਪਲਾਇਨ ਕਰ ਰਹੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ, ਉਹਨੂੰ ਰੋਕਣ ਲਈ ਸਾਨੂੰ ਵਿੱਦਿਆ ਦੀ ਲੋੜ ਹੈ। ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਸਾਡੇ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਮਤਲਬ ਬਹੁਤ ਥੋੜੇ ਨੇ, ਜਿਹੜੇ ਪੰਜਾਬ ਦੇ ਨੇ, ਬਾਹਰੋਂ ਲਿਆ ਕੇ ਲਾਏ ਹੋਏ ਨੇ। ਕਿਉਂਕਿ ਗੱਲ ਕੀ ਹੈ, ਇੱਕ ਤਾਂ ਵੇਖੋ ਵਿਤਕਰਾ ਵੀ ਹੈ, ਇੱਕ ਅਸੀਂ ਪੜ੍ਹਾਈ ਵਾਲੇ ਪਾਸੇ ਘੱਟ ਜਾਂਦੇ ਹਾਂ, ਪੜ੍ਹਾਈ ਘੱਟ ਗਈ। ਕੱਲ ਮੈਂ ਇੱਕ ਗੱਲ ਸੁਣ ਰਿਹਾ ਸੀ ਵੀਡੀਓ, ਕਹਿੰਦੇ ਉਹ ਕਿਤੇ ਕੇਰਲ ਗਏ ਸੀ। ਕੇਰਲਾ ਜਿਹੜਾ ਆਪਣਾ ਸਟੇਟ, ਜਿਵੇਂ ਆਪਣਾ ਪੰਜਾਬ ਇਸ ਤਰ੍ਹਾਂ ਕੇਰਲਾ ਹੈ ਨਹੀਂ, ਤਾਂ ਤੁਹਾਨੂੰ ਦੱਸੀ ਜਾਂਦਾ ਹੋਵੇਗਾ ਵੀ ਇੰਨੀ ਸਟੇਟਸ ਨੇ ਜਿਹੜੀਆਂ ਪੰਜਾਬ ਦੇ ਵਿੱਚ। ਉਹ ਕਹਿੰਦੇ ਅਸੀਂ ਕੇਰਲ ਗਏ ਸੀ। ਕੇਰਲ ਦੇ ਲੋਕ ਪੜ੍ਹੇ ਬੜੇ ਹੋਏ, ਪੜ੍ਹਾਈ ਬੜੀ ਕਰਦੇ। ਉਹ ਉੱਥੇ ਕਹਿੰਦਾ ਵੀ ਸਾਨੂੰ ਇੱਕ ਬੰਦਾ ਮਿਲਿਆ ਤੇ ਕੱਪੜੇ ਉਹਨੇ ਸਿੱਧੇ ਜਿਹੇ ਪਾਏ ਹੋਏ, ਬਿਲਕੁਲ ਸਾਨੂੰ ਇੰਝ ਲੱਗੇ ਜਿਵੇਂ ਕੋਈ ਦਿਹਾੜੀ ਦੂੜੀ ਕਰਦਾ ਜਾਂ ਰਿਕਸ਼ਾ ਚਲਾਉਂਦਾ। ਤੇ ਸਾਨੂੰ ਆ ਕੇ ਮਿਲਿਆ ਤੇ ਉਹ ਹਿੰਦੀ ਬੋਲ ਲੈਂਦਾ ਸੀ ਥੋੜੀ ਜਿਹੀ, ਉਹ ਮਲਿਆਲਮ ਬੋਲਦਾ ਸੀ ਆਪਣੀ ਭਾਸ਼ਾ, ਤੇ ਨਾਲ ਅੰਗਰੇਜ਼ੀ ਬੋਲ ਲੈਂਦਾ ਸੀ। ਕਹਿੰਦਾ ਅਸੀਂ ਸੋਚਿਆ ਪਤਾ ਨਹੀਂ ਕੌਣ ਹੈ। ਉਹ ਕਹਿੰਦਾ ਸਰਦਾਰ ਜੀ ਮੇਰੇ ਵੱਲ ਵੇਖੋ। ਕਹਿੰਦੇ ਅਸੀਂ ਸੋਚਿਆ ਵੀ ਇਹ ਕੌਣ ਹੈ ਵੀ ਜਿਹੜਾ। ਉਹ ਕਹਿੰਦਾ ਹੈ ਤੁਹਾਨੂੰ ਮੈਂ ਇੱਕ ਗੱਲ ਕਹਿਣੀ, ਗੁੱਸਾ ਨਾ ਕਰਿਆ ਜੇ। ਕਹਿੰਦੇ ਕੀ? ਕਹਿੰਦੇ ਅੰਗਰੇਜ਼ ਜਦੋਂ ਗਏ ਨੇ 1947 ਵਿੱਚ, ਉਹ ਤੁਹਾਨੂੰ ਸ਼ਰਾਬ ਦੇ ਗਏ, ਸਾਨੂੰ ਕਿਤਾਬ ਦੇ ਗਏ। ਕਹਿੰਦੇ ਮੈਂ ਉਹਦੇ ਵੱਲੋਂ ਵੇਖ ਕੇ ਚੁੱਪ ਕਰ ਗਿਆ। ਮੈਂ ਕਿਹਾ ਇਹ ਬੰਦਾ ਸਾਦੇ ਜਿਹੇ ਕੱਪੜਿਆਂ ਵਾਲਾ ਵੀ। ਪਰ ਮੈਨੂੰ ਇੱਕ ਤਾਂ ਗੱਲ ਪੱਕੀ ਲੱਗ ਗਈ ਵੀ ਸਾਨੂੰ ਸ਼ਰਾਬ ਦੇ ਗਏ ਨੇ, ਇਹ ਤਾਂ ਮੰਨਣਾ ਪਏਗਾ। ਕਿਉਂਕਿ ਪੰਜਾਬੀ ਹੋਵੇ ਤੇ ਸ਼ਰਾਬ ਤੋਂ ਬਿਨਾਂ ਰੋਟੀ ਖਾਵੇ ਨਾ ਹੋਵੇ, ਤੇ ਜਾਂ ਕੋਈ ਗੁਰੂ ਦੀ ਕਿਰਪਾ ਹੋਵੇ ਤਾਂ ਹੀ ਨਾ ਪੀਏਗਾ। ਨਹੀਂ ਤੇ ਜਿਹੜੇ ਮੋੜ ਤੇ ਜਾਓ, ਗੁਰਦੁਆਰੇ ਦਾ ਨਿਸ਼ਾਨ ਸਾਹਿਬ ਵੀ ਤੁਹਾਨੂੰ ਮਿਲੇਗਾ, ਸ਼ਰਾਬ ਦਾ ਠੇਕਾ ਵੀ ਮਿਲੇਗਾ। ਮੈਂ ਇੱਕ ਥਾਂ ਤੇ ਕਥਾ ਕਰਨ ਗਿਆ ਸੀ, ਮੇਰੇ ਨਾਲ ਦੇ ਸਿੰਘ ਨੇ ਫੋਨ ਕਰਕੇ ਪੁੱਛਿਆ ਵੀ ਆਪਾਂ ਕਿਹੜੇ ਮੋੜ ਤੋਂ ਮੁੜਨਾ ਹੈ, ਤੁਹਾਡੇ ਪਿੰਡ ਨੂੰ ਆ ਰਹੇ ਹਾਂ। ਉਹਨਾਂ ਜਵਾਬ ਪਤਾ ਕੀ ਦਿੱਤਾ? ਇਹ ਪਹਿਲਾ ਮੋੜ ਤਾਂ ਕਹਿੰਦੇ ਜਿੱਥੇ ਠੇਕਾ ਉੱਥੋਂ ਮੁੜ ਜਾਣਾ, ਅਗਲੇ ਮੋੜ ਤੇ ਫਿਰ ਠੇਕਾ, ਕਹਿੰਦੇ ਉੱਥੋਂ ਮੁੜ ਜਾਣਾ, ਅੱਗੇ ਸਾਡਾ ਪਿੰਡ ਹੈ। ਹੁਣ ਇਹ ਚੀਜ਼ਾਂ ਮਤਲਬ ਇੰਨੀਆਂ ਕਿੱਥੋਂ, ਇਹਨਾਂ ਨੂੰ ਸਟੈਬਲਿਸ਼ ਕਿਹਨੇ ਕੀਤਾ? ਤੁਸੀਂ ਇਹ ਤਾਂ ਚਲੋ ਗੱਲਾਂ ਵੱਖਰੀਆਂ ਨੇ, ਲੰਮੀਆਂ ਗੱਲਾਂ ਹੋ ਜਾਣ। ਪਰ ਸ਼ਰਾਬ ਦੀ ਭਰਮਾਰ, ਨੱਚਣ ਗਾਉਣ ਵਾਲਿਆਂ ਦੀ ਭਰਮਾਰ, ਇਹ ਸਾਰੀ ਨੱਚਣ ਗਾਉਣ ਵਾਲਿਆਂ ਨੂੰ 1984 ਤੋਂ ਬਾਅਦ ਜਾਂ 1996 ਤੋਂ ਬਾਅਦ ਇਹਨੂੰ ਬੜੀ ਵੱਡੀ ਪੱਧਰ ਤੇ ਸਪੋਰਟ ਦੇ ਕੇ ਗਾਉਣ ਵਾਲਿਆਂ ਦੇ ਅਖਾੜੇ ਲਵਾਏ ਗਏ ਨੇ ਪੰਜਾਬ ਦੇ ਵਿੱਚ। ਨੰਗੇਜ ਨੂੰ ਪਰੋਸਿਆ ਗਿਆ ਵੀ ਪੰਜਾਬੀ ਜਿਹੜੇ ਇਹਦੇ ਵਿੱਚ ਫਸ ਜਾਣ, ਔਰ ਫਸੇ ਵੀ ਹਨ। ਇੱਧਰ ਲਾਇਆ ਗਿਆ ਵੀ ਤੁਸੀਂ ਪ੍ਰਮੋਟ ਕਰਕੇ ਪੂਰੀ ਸੁਰੱਖਿਆ ਦੇ ਕੇ ਗਾਇਕਾਂ ਨੂੰ, ਉਹ ਸਾਰਾ ਮਾਹੌਲ ਜਿਨ੍ਹਾਂ ਨੇ ਵੇਖਿਆ, ਤੁਸੀਂ ਤਾਂ ਛੋਟੇ ਛੋਟੇ, ਤੁਹਾਨੂੰ ਨਹੀਂ ਪਤਾ ਵੀ 84 ਚ ਕੀ ਹੋਇਆ, 47 ਵਿੱਚ ਕੀ ਹੋਇਆ ਸੀ। ਚਲੋ ਤੁਹਾਨੂੰ ਅਸੀਂ ਦੱਸਾਂ ਕਰਾਂਗੇ ਜਦੋਂ ਟਾਈਮ ਮਿਲੇਗਾ ਸਾਨੂੰ, ਕੀ ਹੋਇਆ, ਕਿਵੇਂ ਕਿਵੇਂ ਹੋਇਆ, ਅੱਜ ਕੀ ਹੋ ਰਿਹਾ। ਇਹ ਇੱਕ ਅਲੱਗ ਦੀਆਂ ਗੱਲਾਂ ਨੇ। ਉਦੋਂ ਇਹ ਪਰੋਸਿਆ ਗਿਆ। ਤਾਂ ਉਹ ਬੰਦਾ ਕਹਿੰਦਾ, ਉਹ ਕਹਿੰਦਾ ਤੁਹਾਨੂੰ ਸ਼ਰਾਬ ਦੇਗਾ, ਸਾਨੂੰ ਕਿਤਾਬ ਦੇਗਾ। ਕਹਿੰਦੇ ਸਾਨੂੰ ਘਰ ਲੈ ਗਿਆ। ਛੋਟੀ ਗੱਲ ਕਰਾਂ, ਘਰ ਲਿਜਾ ਕੇ ਉਹਨੇ ਇੱਕ ਸਾਨੂੰ ਕਮਰੇ ਵਿੱਚ ਲੈ ਗਿਆ। ਸਾਰਾ ਛੋਟੀ ਗੱਲ ਕਰਾਂਗਾ, ਇੱਕ ਕਮਰਾ ਸੀ। ਕਹਿੰਦਾ ਆਹ ਮੇਰੀ ਦਾਦੀ ਦੀ ਲਾਇਬ੍ਰੇਰੀ ਹੈ, ਕਮਰਾ ਭਰਿਆ ਪਿਆ ਕਿਤਾਬਾਂ ਦਾ। ਅਗਲੀ ਕਹਿੰਦੇ ਇਹ ਮੇਰੇ ਦਾਦੇ ਦੀ ਲਾਇਬ੍ਰੇਰੀ ਹੈ।
ਅਗਲੀ ਕਹਿੰਦੇ ਮੇਰੀ ਸਿਸਟਰ ਭੈਣ ਹੈ, ਉਹਦੀ ਲਾਇਬ੍ਰੇਰੀ ਹੈ, ਆਹ ਮੇਰੀ ਮਾਂ ਦੀ ਲਾਇਬ੍ਰੇਰੀ। ਇੱਕ ਘਰ 'ਚ 6 ਕਮਰੇ ਸਨ ਤੇ 4-5 ਲਾਇਬ੍ਰੇਰੀਆਂ। ਹੁਣ ਪੜ੍ਹਾਈ ਮੇਰੀ ਗੱਲ ਕਹਿਣ ਤੋਂ ਮਤਲਬ ਵੀ ਸੰਸਾਰਿਕ ਨੌਲੇਜ ਪੜ੍ਹਾਈ ਬੰਦੇ ਨੂੰ ਚਾਹੀਦੀ, ਆਰਥਿਕਤਾ ਜਿਹੜੀ ਬਣੇਗੀ। ਫਿਰ ਕੌਮੀ ਪੱਧਰ ਤੇ ਤੁਸੀਂ ਅੱਜ ਤਾਂ ਕੁਝ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਵਿੱਦਿਆ ਹੈ। ਤੁਸੀਂ ਆਪਣੇ ਜਿਹੜੇ ਤੁਹਾਡੇ ਪੰਜਾਬ ਦੇ ਉੱਤੇ ਤੁਹਾਡੇ ਹੱਕ ਅਧਿਕਾਰ ਨੇ ਉਹ ਤਾਂ ਕਾਇਮ ਰੱਖ ਸਕਦੇ ਹੋ ਜੇ ਤੁਸੀਂ ਇੱਥੇ ਪੜ੍ਹਦੇ ਹੋ, ਇੱਥੇ ਰਹਿੰਦੇ ਹੋ ਔਰ ਆਪਣੇ ਅਹੁਦੇ ਮੰਗਦੇ ਹੋ ਵੀ ਸਾਨੂੰ ਆਪਣੇ ਅਹੁਦਿਆਂ ਦੇ ਥਾਂ ਦਿਓ, ਅਸੀਂ ਆਪਣੇ ਪੰਜਾਬ ਲਈ ਕੰਮ ਕਰਨਾ। ਪਰ ਇੱਕ ਗੱਲ ਜਿਹੜੀ ਗੁਰਬਾਣੀ ਵੱਖਰੀ ਕਰਦੀ, ਉਹ ਮੈਂ ਗੱਲ ਤੁਹਾਡੇ ਨਾਲ ਕਰਾਂਗਾ। ਗੁਰਬਾਣੀ ਕਹਿੰਦੀ ਕਿ ਇਹ ਚੀਜ਼ਾਂ ਸਾਰੀਆਂ ਭਾਵੇਂ ਬੰਦੇ ਕੋਲ ਆ ਵੀ ਜਾਣ ਤਾਂ ਜਿਹੜੀ ਪੀਸ ਆਫ ਮਾਈਂਡ ਹੈ, ਮਨ ਦੀ ਸ਼ਾਂਤੀ ਹੈ, ਉਹ ਤੁਹਾਨੂੰ ਅਧਿਆਤਮਕਵਾਦ ਤੋਂ ਬਿਨਾਂ ਨਹੀਂ ਆ ਸਕਦੀ। ਹੁਣ ਤੁਸੀਂ ਛੋਟੇ ਹੋ, ਮੈਂ ਵੱਡੇ ਵੀ ਹੋ ਵਿੱਚ ਬਹੁਤ ਸਾਰੇ, ਚਲੋ ਛੋਟੇ ਬੱਚੇ ਵੈਸੇ ਬਹੁਤ ਤੇਜ਼ ਹੁੰਦੇ ਨੇ। ਅਧਿਆਤਮਵਾਦ ਕੀ ਹੁੰਦਾ? ਬੰਦੇ ਦੇ ਜੀਵਨ ਦੇ ਤਕਰੀਬਨ 5 ਤਲ ਨੇ। ਨੰਬਰ 1 ਸਰੀਰ ਦਾ ਸੰਬੰਧ ਕਰਮ ਦੇ ਨਾਲ, ਐਕਸ਼ਨ ਨਾਲ। ਆਪਾਂ ਕੰਮ ਕਰਨੇ, ਹੱਥ ਦੇ ਨਾਲ ਕੁਝ ਕਰਨੇ ਆ, ਮੂੰਹ ਨਾਲ ਬੋਲਨੇ ਆ, ਅੱਖ ਨਾਲ ਵੇਖਨੇ ਆ, ਇਹ ਸਾਰੇ ਸਰੀਰ ਦਾ ਪਹਿਲਾ ਸਟੈਪ ਹੈ ਸਾਡੇ ਜੀਵਨ ਦਾ। ਦੂਜਾ ਸਟੈਪ ਹੈ ਮਨ ਦਾ। ਮਨ ਦੇ ਵਿੱਚ ਸਾਡੇ ਕੰਨਾਂ ਦੇ ਰਾਹੀਂ ਅੰਦਰ ਵਿਚਾਰ ਜਾਂਦੇ ਨੇ, ਅੱਖਾਂ ਰਾਹੀਂ ਅੰਦਰ ਤਸਵੀਰਾਂ ਜਾਂਦੀਆਂ ਨੇ। ਇਹ 9 ਦੁਆਰੇ ਨੇ ਜਿਹੜੇ ਅੰਦਰ ਮਨ ਨੂੰ ਤਿਆਰ ਕਰਦੇ। ਜਿਵੇਂ ਦੀ ਖੁਰਾਕ ਪਾਵਾਂਗੇ ਉਵੇਂ ਦਾ ਮਨ ਨੇ ਬਣੀ ਜਾਣਾ, ਜਿਵੇਂ ਦੀ ਸੰਗਤ ਕਰਾਂਗੇ। ਪਰ ਮਨ ਇੱਕ ਨਿਊਟਰਲ ਸ਼ਕਤੀ ਹੈ, ਯਾਨੀ ਕਿ ਨਿਊਟਰਲ ਪਾਵਰ। ਇਹਨੂੰ ਤੁਸੀਂ ਜਿੱਧਰ ਮਰਜ਼ੀ ਲਾ ਸਕਦੇ ਹੋ। ਜਿਵੇਂ ਦੀ ਇਹਨੂੰ ਸੰਗਤ ਮਿਲੇਗੀ ਇਹਨੇ ਉਹਦੇ ਨਾਲ ਹੀ ਰਲ ਜਾਣਾ। ਇਹਦਾ ਤੁਸੀਂ ਭਰੋਸਾ ਨਹੀਂ ਕਰ ਸਕਦੇ। ਤੀਜਾ ਜਿਹੜਾ ਸਟੈਪ ਹੈ ਉਹ ਬੜਾ ਮਹੱਤਵਪੂਰਨ ਹੈ, ਇੰਪੋਰਟੈਂਟ ਲਾਈਫ ਦੇ ਵਿੱਚ। ਉਹਨੂੰ ਕਹਿੰਦੇ ਨੇ ਵਿਵੇਕ ਬੁੱਧੀ। ਇੱਕ ਇਹ ਮਨ ਸਾਡਾ ਦਿੱਤਾ ਮਾਇਆ ਨੇ, ਪਰ ਜਿਹੜਾ ਵਿਵੇਕ ਹੈ ਉਹਨੂੰ ਆਪਾਂ ਇਹ ਨਾਂ ਦੇ ਸਕਦੇ ਹਾਂ ਸੌਖਾ ਕਿ ਗੁਰੂ ਵੱਲੋਂ ਦਿੱਤਾ ਗਿਆ ਮਨ। ਜੋ ਤੁਹਾਨੂੰ ਗੁਰੂ ਨੇ ਦਿੱਤਾ ਵੀ ਤੂੰ ਆਪਣਾ ਮਨ ਵਿੱਚ ਰੱਖ, ਉਹ ਬੜਾ ਹੀ ਇੰਪੋਰਟੈਂਟ ਬੀਜ ਹੈ। ਜੇ ਉਹ ਉੱਗ ਪਿਆ, ਗੁਰੂ ਦਾ ਦਿੱਤਾ ਹੋਇਆ ਮਨ, ਗੁਰਬਾਣੀ ਦੀ ਦਿੱਤੀ ਹੋਈ ਵਿਚਾਰ, ਉਹ ਜੇ ਉੱਗ ਪਈ ਤਾਂ ਉਹਨੂੰ ਕਹਿੰਦੇ ਨੇ ਇੱਕ ਅਮਰ ਵੇਲ। ਅਮਰ ਵੇਲ ਵਿੱਚ ਵੱਡੀ ਉਮਰ ਦੇ ਬੈਠੇ ਉਹਨਾਂ ਸ਼ਾਇਦ ਪਿੰਡ ਵਿੱਚ ਵੇਖੀ ਹੋਵੇਗੀ, ਹੁਣ ਤਾਂ ਰਹੀ ਨਹੀਂ ਕਿਉਂਕਿ ਕਿੱਕਰ ਨਹੀਂ ਰਿਹਾ ਤੇ ਅਮਰ ਵੇਲ ਕਿੱਥੋਂ ਰਹਿਣੀ। ਉਹ ਹੁੰਦੀ ਸੀ ਕਿੱਕਰ ਜਿਹੜੇ ਹੁੰਦੇ ਜਿਨ੍ਹਾਂ ਨੂੰ ਕੰਡੇ ਲੱਗੇ ਹੁੰਦੇ ਨੇ, ਉਹਨਾਂ ਦੇ ਉੱਤੇ ਪੀਲੇ ਰੰਗ ਦੀ ਤਾਰਾਂ ਜੀਆਂ ਹੁੰਦੀਆਂ ਸਨ ਤੇ ਉਹ ਅਮਰ ਵੇਲ ਦੀ ਜੜ ਕੋਈ ਨਹੀਂ ਹੁੰਦੀ। ਬਿਨਾਂ ਜੜ ਤੋਂ ਇੰਨੀ ਫੈਲਦੀ ਉਹ ਕਿ ਕਿੱਕਰ ਸੁਕਾ ਦਿੰਦੀ ਸਾਰਾ, ਇੰਨੀ ਘੇਰ ਲੈਂਦੀ ਕਿੱਕਰ ਨੂੰ। ਇਹ ਇੱਕ ਗੁਰਬਾਣੀ ਜਿਹੜੀ ਹੈ ਉਹ ਅਮਰ ਵੇਲ ਵਰਗੀ ਹੈ। ਜੇ ਵਿਵੇਕ ਬੁੱਧੀ ਦੇ ਰਾਹੀਂ ਇੰਟਰ ਕਰ ਗਈ ਬੰਦੇ ਦੇ ਜੀਵਨ ਵਿੱਚ ਗੁਰਬਾਣੀ, ਤਾਂ ਉਹਨੇ ਹੌਲੀ ਹੌਲੀ ਤੁਹਾਡੇ ਪਿਛਲੇ ਸੁਭਾਅ ਨੂੰ ਸੁਕਾ ਦੇਣਾ। ਜਿਵੇਂ ਕਿੱਕਰ ਨੂੰ ਸੁਕਾ ਦਿੱਤਾ ਨਾ ਉਹਨੇ, ਅਮਰ ਵੇਲ ਨੇ। ਪੁਰਾਣਾ ਸੁਭਾਅ ਹੀ, ਲੋਕੀ ਤੁਹਾਨੂੰ ਕਹਿਣਗੇ ਤੈਨੂੰ ਕੀ ਹੋ ਗਿਆ, ਕਹਿੰਦੇ ਨਾ ਲੋਕ, ਤੈਨੂੰ ਕੀ ਹੋ ਗਿਆ, ਤੂੰ ਤਾਂ ਬੜਾ ਬੋਲਦਾ ਸੀ, ਤੂੰ ਹੁਣ। ਇਹ ਨਹੀਂ ਮੈਂ ਕਹਿੰਦਾ ਵੀ ਚੁੱਪ ਹੀ ਕਰ ਜਾਏਗਾ, ਪਰ ਲੋੜ ਲਈ ਬੋਲਦਾ। ਹੁਣ ਪਤਾ ਲੱਗ ਗਿਆ ਵੀ ਕੀ ਕਰਨਾ ਜੀਵਨ ਦੇ ਵਿੱਚ। ਤੂੰ ਤਾਂ ਸ਼ਰਾਬਾਂ ਪੀਂਦਾ ਸੀ, ਹੁਣ ਕਿਉਂ ਛੱਡ ਗਿਆ? ਤੂੰ ਤਾਂ ਕਰਦਾ ਸੀ, ਉਹ ਕਰਦਾ ਸੀ, ਤੂੰ ਕਿਉਂ ਛੱਡ ਗਿਆ ਸਾਰਾ ਕੁਝ? ਉਹ ਅਮਰ ਗੁਰਬਾਣੀ ਛਾ ਗਈ ਸਾਰੇ ਜੀਵਨ ਦੇ ਉੱਤੇ। ਗੁਰਬਾਣੀ ਨੇ ਘੇਰ ਲਿਆ ਸਾਰਾ ਜੀਵਨ। ਹੁਣ ਇਹ ਨਹੀਂ ਕਿ ਬੰਦਾ ਆਪ ਕਰਦਾ, ਗੁਰਬਾਣੀ ਕਰੀ ਜਾਂਦੀ ਅੰਦਰ। ਗੁਰਬਾਣੀ ਇੱਕ, ਮੈਂ ਤਾਂ ਕਿਹਾ ਸੀ ਗੁਰਬਾਣੀ ਇੱਕ, ਇਹ ਜਿਹੜੀ ਮਾਈਂਡ ਦੀ ਨੌਲੇਜ ਨਹੀਂ ਹੈ ਕੱਲੀ ਕਿ ਦਿਮਾਗ ਦੀ ਸਿੱਖਿਆ ਹੈ। ਗੁਰਬਾਣੀ ਦੀ ਇੱਕ ਆਪਣੀ ਸ਼ਕਤੀ ਹੈ, ਉਹਨੂੰ ਤੁਸੀਂ ਥੋੜਾ ਜਿਹਾ ਰਾਹ ਦਿਓ, ਉਹ ਜ਼ਿਆਦਾ ਕੰਮ ਕਰਦੀ ਹੈ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਵੀ ਗੁਰੂ ਵੱਲ ਇੱਕ ਕਦਮ ਚੱਲ ਕੇ ਆਓ, ਗੁਰੂ ਹਜ਼ਾਰਾਂ ਕਰੋੜ ਕਦਮ ਤੁਹਾਡੇ ਵੱਲ ਆਉਂਦਾ, ਕਰੋੜਾਂ ਕਦਮ, ਕਰੋੜਾਂ ਗੁਣਾ ਕਦਮ ਕੰਮ ਕਰਨਾ ਸ਼ੁਰੂ ਕਰ ਦਿਓ। ਉਹਨੇ, ਗੁਰਬਾਣੀ ਨੇ ਤੁਹਾਡੇ ਬਾਕੀ ਦੇ ਜੀਵਨ ਨੂੰ ਸਾਰੇ ਨੂੰ ਡੈਡ ਕਰ ਦੇਣਾ। ਹੁਣ ਇਹ ਡਰਿਆ ਜਨਾ ਵੀ ਡੈਡ ਕਰ ਦੇ, ਮਾਰ ਦੇਗੀ ਗੁਰਬਾਣੀ। ਮਤਲਬ ਕੀ ਹੈ ਵੀ ਜਿਹੜੀਆਂ ਸਾਡੇ ਅੰਦਰ
ਇਹ ਜਿਹੜੀਆਂ ਰੋਂਗ ਗਲਤ ਚੀਜ਼ਾਂ ਸਨ ਉਹਨਾਂ ਨੂੰ ਮਾਰੇਗੀ। ਬਾਣੀ ਅਸਲੀ ਚੀਜ਼ ਨੂੰ ਬਚਾ ਲੇਗੀ, ਜੀਵਨ ਨੂੰ ਨਹੀਂ ਮਾਰੇਗੀ। ਜਿਵੇਂ ਤੁਸੀਂ, ਮੈਂ ਛੋਟੀ ਛੋਟੀ ਕਹਾਣੀਆਂ ਦਾ ਸਹਾਰਾ ਲੈਣਾ, ਜਿਵੇਂ ਪਰਾਲੀ ਪਈ ਸੀ, ਉਹਦੇ ਵਿੱਚ ਕਿਸੇ ਦੀ ਸੋਨੇ ਦਾ ਕੜਾ ਗਵਾਚ ਗਿਆ, ਉਹ ਕੜਾ ਨਹੀਂ ਲੱਭਦਾ, ਸਾਰਾ ਦਿਨ ਪਰਾਲੀ ਫੋਲਦੇ ਨੂੰ ਹੋ ਗਿਆ। ਤਾਂ ਉਹ ਇੱਕ ਕੋਲੋਂ ਕੋਈ ਸਿਆਣਾ ਲੰਘਿਆ, ਉਹਨੇ ਕਿਹਾ ਕੀ ਕਰਦੇ ਹੋ, ਸਾਰਾ ਪਰਾਲੀ ਖਿਲਾਰੀ ਹੋਈ, ਕਹਿੰਦੇ ਕੜਾ ਵਿੱਚ ਡਿੱਗ ਪਿਆ, ਲੱਭਦਾ ਨਹੀਂ ਸੋਨੇ ਦਾ। ਕਹਿੰਦੇ ਇਹਨੂੰ ਅੱਗ ਲਾ ਦਿਓ। ਉਹਨੇ ਜਦੋਂ ਅੱਗ ਲਾ ਦਿੱਤੀ, ਪਰਾਲੀ ਸੜ ਗਈ ਸਾਰੀ ਤੇ ਸੋਨਾ ਸੜਦਾ ਨਹੀਂ, ਉਹ ਵਿੱਚੋਂ ਨਿਕਲ ਆਇਆ, ਲੱਭ ਗਿਆ। ਤਾਂ ਗੁਰੂ ਸਾਹਿਬ ਜਦੋਂ ਕਹਿੰਦੇ ਨੇ ਕਿ ਤੂੰ ਆਪਣੇ ਜੀਵਨ ਨੂੰ ਅੱਗ ਲਾ ਦੇ, ਉਦੋਂ ਅਸੀਂ ਡਰ ਜਾਂਦੇ ਹਾਂ ਵੀ ਇਹ ਕਿਹੜਾ ਧਰਮ। ਗੱਲਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਉਹ ਇਹ ਨਹੀਂ ਕਹਿ ਰਿਹਾ ਵੀ ਤੈਨੂੰ ਹੀ ਸਾੜ ਦੇਣਾ ਗੁਰਬਾਣੀ ਨੇ, ਨਹੀਂ। ਗੁਰਬਾਣੀ ਨੇ ਸਿਰਫ ਸਾਡੇ ਵਿਚਲੀ ਪਰਾਲੀ ਸਾੜਨੀ ਹੈ, ਜੋ ਕਬਾੜ ਅਸੀਂ ਇਕੱਠਾ ਕੀਤਾ ਹੋਇਆ ਕਈ ਜਨਮਾਂ ਦਾ ਤੇ ਹੁਣ ਵੀ ਕਰੀ ਜਾ ਰਿਹਾ, ਉਹ ਸਾੜ ਦੇਣੀ ਹੈ। ਤੇ ਵਿੱਚੋਂ ਸ਼ੁੱਧ ਚੇਤਨ ਜਿਹੜਾ ਸੋਨਾ ਹੈ, ਜਿਹਨੂੰ ਹੀਰਾ ਹੈ ਸਿੱਖੀ ਦਾ, ਉਹ ਸਾਡੇ ਹੱਥ ਵਿੱਚ ਆ ਜਾਣਾ। ਤਾਂ ਗੁਰਬਾਣੀ ਕਿਵੇਂ ਜੀਵਨ ਬਦਲਦੀ ਹੈ? ਗੁਰਬਾਣੀ ਜੀਵਨ ਬਦਲੇਗੀ, ਬਿਲਕੁਲ। ਇਹ ਗੱਲ ਮੈਂ ਕਹਿਣੀ ਚਾਹੁੰਦਾ ਕਿ ਹੌਲੀ ਹੌਲੀ ਸ਼ੁਰੂ ਕਰੋ। ਤੀਜਾ ਸਟੈਪ ਮੈਂ ਕਿਹਾ ਸੀ ਕਿ ਬੁੱਧੀ ਦੇ ਤਲ ਤੇ, ਵਿਵੇਕ ਬੁੱਧੀ ਦੇ। ਨੰਬਰ 1 ਸਰੀਰ ਦਾ ਸੰਬੰਧ ਕਰਮ ਦੇ ਨਾਲ ਹੈ। ਨੰਬਰ 2 ਮਨ ਦਾ ਸੰਬੰਧ ਵਿਚਾਰ ਦੇ ਨਾਲ ਹੈ, ਪਰ ਉਹਦਾ ਇਹ ਨੁਕਸ ਹੈ ਵੀ ਉਹ ਸਾਰੀਆਂ ਵਿਚਾਰਾਂ ਲੈ ਲੈਂਦਾ। ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ। ਜੇ ਮਨ ਦੇ ਤਲ ਤੇ ਬੰਦਾ ਜਾਉਂਦਾ, ਇਸ ਤਰ੍ਹਾਂ ਕਰੇਗਾ, ਅਪ ਡਾਊਨ ਹੁੰਦਾ ਰਹੇਗਾ। ਇੱਕ ਹੈ ਤੀਜਾ ਨੰਬਰ ਵਿਵੇਕ ਬੁੱਧੀ। ਬੁੱਧੀ ਫੈਸਲੇ ਕਰਦੀ ਹੈ। ਬੁੱਧੀ ਵਿਚਾਰ ਤਾਂ ਕਰਦੀ, ਪਰ ਫੈਸਲਾ, ਬੁੱਧੀ ਦਾ ਮਤਲਬ ਹੈ ਮਤ ਮਤਲਬ ਫੈਸਲਾ ਕਰਨ ਵਾਲੀ ਸ਼ਕਤੀ, ਉਹਦਾ ਫੈਸਲਿਆਂ ਨਾਲ ਸੰਬੰਧ। ਚੌਥਾ ਹੈ ਹਿਰਦਾ ਹੈ ਪ੍ਰੇਮ। 4 ਨੰਬਰ ਤੇ ਹਿਰਦਾ ਜਿਹੜਾ ਉਹ ਸੋਚਦਾ ਨਹੀਂ, ਉਹ ਵਿਚਾਰਦਾ ਨਹੀਂ, ਉਹ ਸਿਰ ਦੇਣ ਲਈ ਤਿਆਰ ਰਹਿੰਦਾ। ਜਿਹੜੇ ਲੋਕ ਸ਼ਹੀਦ ਹੋਏ ਨੇ ਆਪਣੇ ਵਿੱਚ, ਉਹ ਬੁੱਧੀ ਦੇ ਤਲ ਤੇ ਨਹੀਂ ਸਮਝਾਉਂਦੇ, ਮਨ ਦੇ ਤਲ ਤੇ ਨਹੀਂ ਸਮਝਾਉਂਦੇ, ਸਰੀਰ ਦੇ ਤਲ ਤੇ ਨਹੀਂ ਸਮਝਾਉਂਦੇ, ਇਹਨਾਂ ਤਿੰਨਾਂ ਤੋਂ ਅਗਲੇ ਸਟੈਪ ਤੇ ਜਾਂਦੇ ਸਨ, ਹਿਰਦੇ ਦੇ ਤਲ ਤੇ। ਤਾਂ ਹੀ ਉਹ ਕੁਰਬਾਨੀ ਕਰ ਸਕਦੇ ਸਨ। ਤੇ ਜੇ ਅੱਜ ਕੱਲ ਦੇ ਹੁਣ ਬੰਦੇ ਨੇ ਜਿਹੜੇ, ਉਹ ਕਹਿੰਦੇ ਜਜ਼ਬਾਤੀ ਨਹੀਂ ਹੋਣਾ ਚਾਹੀਦਾ ਜੀ, ਮਤਲਬ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਇਹਨਾਂ ਨੂੰ ਮਤਲਬ ਅਜੇ ਉਸ ਗੱਲ ਦਾ ਪਤਾ ਨਹੀਂ ਲੱਗਾ ਵੀ ਸ਼ਹੀਦ ਕਿੱਥੋਂ ਪੈਦਾ ਹੋਏ ਨੇ। ਤੁਹਾਡੇ ਵਰਗੇ ਛੋਟੇ ਛੋਟੇ ਬੱਚੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਿਵੇਂ ਸ਼ਹੀਦ ਹੋ ਗਏ? ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਡਾਇਰੈਕਟ ਹਿਰਦੇ ਦੇ ਤਲ ਤੇ ਉਤਾਰ ਦਿੱਤਾ ਸੀ। ਬੁੱਧੀ ਵੀ ਸੀ ਉਹਨਾਂ ਵਿੱਚ, ਮੈਂ ਨਹੀਂ ਕਹਿੰਦਾ ਵੀ ਉਹਦੀ ਬੁੱਧੀ ਨਹੀਂ ਹੁੰਦੀ, ਪਰ ਉਹ ਵੇਖ ਲੈਂਦਾ ਬੁੱਧੀ ਦੇ ਵਿੱਚ ਜੀਵਨ ਦਾ। ਸ਼ਹੀਦੀ ਇੱਕ ਬੜੀ ਵੱਡਾ ਗਿਫਟ ਮਿਲਦਾ ਗੁਰੂ ਵੱਲੋਂ ਸਿੱਖ ਨੂੰ। ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਬਿਨਾਂ ਲੋੜ ਤੋਂ ਕਿਤੇ ਹਥਿਆਰ ਚੁੱਕੋ, ਤਲਵਾਰ ਤੇ, ਇਹ ਨਹੀਂ ਗੁਰੂ ਸਾਹਿਬ ਦਾ। ਪਰ ਸ਼ਹੀਦੀ ਨੂੰ ਇੰਝ ਅੱਜ ਲੋਕ, ਥੋੜੇ ਜਿਹੇ ਲੋਕ ਇਸ ਤਰ੍ਹਾਂ ਸਾਡੇ ਸਿੱਖਾਂ ਵਿੱਚ ਪ੍ਰਚਾਰ ਨੇ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਇਹ ਐਵੇਂ ਮਤਲਬ ਸਿਰ ਢਾਹ ਕੇ ਇਹ ਮਰਦੇ ਸੀ, ਮਰੇ ਨੇ 84 ਦੇ ਵਿੱਚ, ਇਹ ਹੋਇਆ ਹੋਇਆ। ਨਹੀਂ, ਇਹਨਾਂ ਨੂੰ ਪਤਾ ਹੀ ਨਹੀਂ ਸਿੱਖੀ ਕੀ ਹੈ। ਉਹਦਾ ਸ਼ਹੀਦੀ ਇੱਕ ਗਿਫਟ ਹੈ। ਤਾਂ ਟਾਈਮ ਦਾ ਵੀ ਮੈਂ ਹਿਸਾਬ ਲਾ ਰਿਹਾ ਵੀ 5 ਵਜੇ ਸਮਾਪਤੀ ਕਰਨੀ ਤੁਹਾਡੀ। ਤਾਂ ਚਲੋ ਇਹ ਹਿਰਦੇ ਦਾ ਤਲ। ਇਹਦੇ ਤੋਂ ਅੱਗੇ ਜਿਹੜਾ ਅਧਿਆਤਮਵਾਦ ਹੈ, ਉਹ ਹੈ ਆਤਮਾ ਦਾ ਤਲ। ਆਤਮਾ ਤਲ ਬ੍ਰਹਮ ਗਿਆਨ ਹੈ। ਗੁਰਬਾਣੀ ਸਾਨੂੰ ਆਤਮਾ ਤੱਕ ਲੈ ਕੇ ਜਾਣਾ। ਗੁਰਬਾਣੀ ਨੇ ਹੌਲੀ ਹੌਲੀ ਇਸ ਤਰ੍ਹਾਂ ਸਰੀਰ ਤੋਂ ਹੌਲੀ ਹੌਲੀ ਮਨ ਤੱਕ, ਮਨ ਤੋਂ ਬੁੱਧੀ ਤੱਕ, ਬੁੱਧੀ ਤੋਂ ਹਿਰਦੇ ਤੱਕ, ਹਿਰਦੇ ਤੋਂ ਥੱਲੇ ਉਤਰਾਂਗੇ ਆਤਮਾ ਦੇ ਤਲ ਤੇ। ਆਤਮਾ ਦੇ ਤਲ ਤੇ ਇੱਕ, ਜਿਹਨੂੰ ਥਰਡ ਆਈਜ਼ ਕਹਿੰਦੇ, ਤੀਸਰੀ ਅੱਖ। ਇਹ ਨਾ ਸਮਝਣਾ ਹਿੰਦੂਆਂ ਦਾ ਲਫ਼ਜ਼ ਹੈ। ਅਸੀਂ ਤਾਂ ਐਵੇਂ ਸਾਰੀਆਂ ਚੀਜ਼ਾਂ ਹਿੰਦੂਆਂ ਨੂੰ ਦੇ ਜਾਂਦੇ ਹਾਂ ਵੀ ਜੇ ਸੂਰਜ ਵੀ ਉਹਨਾਂ ਦਾ। ਉਹ ਕਿਸੇ ਨੇ ਕਿਹਾ ਸੀ, ਕੋਈ ਆਇਆ, ਉਹ ਕਹਿੰਦੇ ਸੂਰਜ ਦੀ ਗੱਲ ਨਹੀਂ ਕਰਨੀ, ਕਿਉਂ? ਇਹਨੂੰ ਹਿੰਦੂ ਪਾਣੀ ਪਾਉਂਦੇ ਨੇ। ਚੰਦਰਮਾ ਨੂੰ ਕੋਈ ਹੋਰ ਪੂਜ ਰਿਹਾ ਸੀ, ਉਹ ਕਹਿੰਦੇ ਦੋਵੇਂ ਨਹੀਂ ਮੰਨਣੇ। ਗਿਆਨੀ ਜੀ ਆਏ ਕੋਈ ਸਾਡੇ ਪੜ੍ਹੇ ਲਿਖੇ, ਲੰਗਰ ਛਕਣ ਲੱਗੇ, ਕਹਿੰਦੇ ਖੀਰ ਵੀ ਨਹੀਂ ਖਾਣੀ। ਕਹਿੰਦੇ ਖੀਰ ਕਿਉਂ ਨਹੀਂ ਖਾਣੀ? ਕਹਿੰਦੇ ਪੰਡਿਤ ਜੀ ਖਾਂਦੇ ਨੇ।
ਉਹ ਕਹਿੰਦੇ ਫਿਰ ਤੂੰ ਕਿਹੜੇ ਖੂਹ 'ਚ ਡਿੱਗ ਕੇ ਮਰਨਾ ਹੈ, ਸਾਰਾ ਕੁਝ ਤੇ ਸਾਰੇ ਵਰਤਦੇ ਨੇ, ਹੁਣ ਤੂੰ ਇਹਨਾਂ ਨਾਲ ਪੰਡਤ ਥੋੜੀ ਬਣ ਲੱਗਾ ਤੂੰ। ਇਸ ਤਰ੍ਹਾਂ ਨਹੀਂ ਪੰਡਤ ਬਣਦੇ। ਜਦੋਂ ਸਾਡਾ ਆਪਣਾ ਆਪ ਸ਼ੁੱਧ ਹੋ ਜਾਂਦਾ ਹੈ, ਸੰਸਾਰ ਦੇ ਵਿੱਚ ਇੱਕੋ ਹੀ ਗੱਲ ਕਹਿ ਕੇ ਛੋਟੇ ਮਿੰਟਾਂ ਵਿੱਚ ਗੱਲ ਕਰਾਂਗਾ, ਸਵਾਰਥ ਜਦੋਂ ਅਸੀਂ ਸਵੈ ਅਰਥੀ ਘੱਟ ਹੁੰਦੇ ਹਾਂ ਤੇ ਪਰ ਅਰਥੀ ਜ਼ਿਆਦਾ ਹੋ ਜਾਂਦੇ ਹਾਂ, ਦੂਜੇ ਵਾਸਤੇ ਜ਼ਿਆਦਾ ਕੰਮ ਕਰਨੇ, ਆਪਣੇ ਵਾਸਤੇ ਘੱਟ ਕਰਨੇ, ਉਦੋਂ ਸਾਡਾ ਆਪਾ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ, ਸਾਡਾ ਆਪਾ ਆਪਣੇ ਆਪ ਹੀ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ। ਬਸ ਇੱਕੋ ਹੀ ਇਹ ਨੁਕਤਾ ਹੈ ਸ਼ੁੱਧ ਹੋਣ ਦਾ, ਹੋਰ ਕੋਈ ਨਹੀਂ। ਜਦੋਂ ਅਸੀਂ ਦੂਜੇ ਵਾਸਤੇ, ਆਪੇ ਹੀ ਦੇਸ਼ ਵਾਸਤੇ ਵੀ ਸੇਵਾ ਕਰਾਂਗੇ, ਕੌਮ ਵਾਸਤੇ ਵੀ ਕਰਾਂਗੇ, ਲੋਕਾਂ ਵਾਸਤੇ, ਸਾਰੀਆਂ ਚੀਜ਼ਾਂ ਆਪੇ ਹੀ ਆ ਜਾਣੀਆਂ ਉਸ ਪਰ ਅਰਥੀ ਦੇ ਵਿੱਚ, ਉਹ ਨਾਮ ਨਾਲ ਆਪੇ ਹੋ ਜਾਣਾ। ਤਾਂ ਉਹ ਜਦੋਂ ਪਰ ਅਰਥੀ ਹੋਵਾਂਗੇ, ਉਦੋਂ ਇਹ ਸਾਡਾ ਆਪਾ ਜਿਹੜਾ ਇਹਨੇ ਇੰਨੇ ਸ਼ੁੱਧ ਹੋ ਜਾਣਾ ਵੀ ਇਹਦੇ ਰਾਹੀਂ ਜਦੋਂ ਅਸੀਂ ਬਾਹਰ ਵੇਖਾਂਗੇ ਤਾਂ ਸਾਰੇ ਥਾਵਾਂ ਤੇ ਸਾਨੂੰ ਅਕਾਲ ਪੁਰਖ ਦੇ ਦਰਸ਼ਨ ਹੋਣਗੇ, ਉਹਦਾ ਦੀਦਾਰ ਹੋਵੇਗਾ। ਤਾਂ ਇਹ ਸਾਰਾ ਭਾਈ ਕੰਮ ਵੇਖੋ ਇਸ ਤਰ੍ਹਾਂ ਹੋਣਾ। ਪਹਿਲਾਂ ਸ਼ੁਰੂ ਕਰੋ ਜਿਹੜੀ ਚੀਜ਼ ਮੈਂ ਤੁਹਾਨੂੰ ਕਹੀ ਸੀ ਕਿ ਸਵੇਰੇ 5 ਮਿੰਟ ਜ਼ਰੂਰ ਅੱਜ ਸ਼ੁਰੂ ਕਰੋ। ਤੁਹਾਡੇ ਜਿਹੜੇ ਟੀਚਰ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ, ਬੱਚਿਆਂ ਨੂੰ ਇਹ ਜ਼ਰੂਰ ਦੱਸੋ। ਇਹ ਮੁੱਢ ਕਿਆ ਹੈ, ਔਰ ਮੈਂ ਇਹ ਗੱਲ ਉਹ ਅਧੂਰੀ ਰਹਿ ਗਈ ਸੀ ਪੂਰੀ ਕਰਦੇ ਹਾਂ। ਉੱਥੋਂ ਸ਼ਬਦ ਸ਼ੁਰੂ ਹੁੰਦਾ ਸਿੱਖ ਤੋਂ। ਤੁਸੀਂ ਪੜ੍ਹੋਗੇ ਨਾ ਜਦੋਂ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਮੁ ਸਰਨ ਆਵੇ। ਸਾਰੀ ਗੱਲ ਚੱਲਦੀ ਜਾਂਦੀ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਹੋਰ ਇੱਕ ਚੀਜ਼ ਇਹਦੇ ਵਿੱਚ ਹੋਰ ਆਉਂਦੀ ਹੈ, ਉਹ ਆਉਂਦੀ ਹੈ ਕਿ ਉੱਥੇ ਬੰਦਾ ਸਿੱਖ ਨਹੀਂ ਰਹਿੰਦਾ, ਉਹਦੇ ਨਾਲ ਪਲੱਸ ਗੁਰੂ ਹੋ ਜਾਂਦਾ, ਉਹ ਦੋ ਹੋ ਜਾਂਦਾ। ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਪਰਮਾਤਮਾ ਵੀ ਇਕੱਲਾ ਪਰਮਾਤਮਾ, ਗੁਰੂ ਵੀ ਇਕੱਲਾ ਗੁਰੂ ਹੈ, ਸਿੱਖ ਤਿੰਨੇ ਚੀਜ਼ਾਂ ਹੈ। ਸਿੱਖ ਗੁਰੂ ਵੀ ਹੈ, ਸਿੱਖ ਪਰਮਾਤਮਾ ਵੀ। ਉਹ ਤੁਸੀਂ ਕਹੋਗੇ ਕਿਵੇਂ? ਕਿਉਂਕਿ ਗੁਰੂ ਨੂੰ ਸਿਰਫ ਗੁਰੂ ਕਹਿੰਦੇ ਨੇ। ਗੁਰੂ ਦੋ ਚੀਜ਼ਾਂ, ਪਰਮਾਤਮਾ ਔਰ ਗੁਰੂ। ਉਹਦੇ ਕੋਲ ਦੋ ਪੋਸਟਾਂ ਨੇ, ਇਸ ਲਈ ਆਪਾਂ ਉਹਨੂੰ ਸਤ ਗੁਰੂ ਕਹਿੰਦੇ ਹਾਂ। ਸਤ ਮੈਨੇ ਪਰਮਾਤਮਾ, ਗੁਰੂ ਮੈਨੇ ਗੁਰੂ। ਉਹ ਦੋ ਚੀਜ਼ਾਂ, ਦੋ ਪੋਸਟਾਂ ਨੇ ਉਹਦੇ ਕੋਲ। ਪਰਮਾਤਮਾ ਕੋਲ ਇੱਕੋ ਹੀ ਪੋਸਟ ਹੈ, ਉਹ ਸਿਰਫ ਪਰਮਾਤਮਾ ਹੈ। ਗੁਰੂ ਦੋ ਪੋਸਟਾਂ ਸੀ, ਪਰ ਸਿੱਖ ਗੁਰੂ ਵੀ ਹੈ ਤੇ ਪਰਮਾਤਮਾ ਵੀ। ਕਿਉਂ? ਸਿੱਖ ਗੁਰਸਿੱਖ ਬਣ ਜਾਂਦਾ ਹੈ। ਤਾਂ ਗੁਰਸਿੱਖ, ਉਹਦੇ ਵਿੱਚ ਗੁਰੂ ਵਾਲੇ ਸਾਰੇ ਗੁਣ ਆ ਜਾਂਦੇ। ਇੱਥੇ ਗੁਰੂ ਬਣਨ ਦਾ ਮਤਲਬ ਇਹ ਨਹੀਂ ਵੀ ਤਖਤ ਡਾਕ ਬਹਿ ਜਾਣਾ ਤੇ ਕਲਗੀ ਲਾ ਲੈਣੀ ਤੇ ਚੌਰ, ਇਹ ਨਹੀਂ। ਗੁਰੂ ਵਾਲੇ ਗੁਣ ਆ ਗਏ ਸਾਰੇ, ਤਾਂ ਫਿਰ ਉਹ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ। ਇਸ ਤਰ੍ਹਾਂ ਗੁਰਬਾਣੀ ਸਾਡੇ ਜੀਵਨ ਨੂੰ ਬਦਲ ਕੇ ਸਾਰੇ ਪੱਖਾਂ ਤੋਂ ਜਿਹੜੀ ਹੈ ਇਹ ਲੈ ਕੇ ਆਉਂਦੀ ਹੈ, ਔਰ ਸਾਡਾ ਸਾਰਾ ਜਿਹੜਾ ਜੀਵਨ ਹੈ ਉਹ ਤਬਦੀਲ ਹੋ ਜਾਂਦਾ। ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਹਰ। ਸੋ ਸਮਾਂ ਆਪ ਜੀ ਦਾ ਹੋ ਗਿਆ, ਔਰ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਸੋ ਸਾਰੇ ਅਰਦਾਸ ਕਰਿਓ ਗੁਰੂ ਚਰਨਾਂ ਦੇ ਪੰਥ ਦੀ ਚੜ੍ਹਦੀ ਕਲਾ ਵਾਸਤੇ। ਸੋ ਆਓ ਪਿਆਰ ਨਾਲ ਫਤਿਹ ਬੁਲਾਈਏ। ਜੋ ਗੱਲਬਾਤ ਕਰਨੀ ਕਿਸੇ ਆਪ ਮੈਂਬਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਦਾ। ਤੇ ਉਮੀਦ ਹੈ ਕਿ ਬੱਚਿਆਂ ਨੇ ਵੀ ਨੋਟ ਕੀਤਾ ਹੋਵੇਗਾ। ਸੋ ਵੀਰ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਬੱਚਿਆਂ ਨੂੰ ਦੱਸਣਾ ਕੀਤਾ ਹੈ ਕਿ ਗੁਰਬਾਣੀ ਇੱਕ ਦਿਨ ਸਾਨੂੰ ਗੁਰਬਾਣੀ ਬਣਾ ਦਿੰਦੀ ਹੈ। ਸੱਚਮੁੱਚ ਗੁਰਬਾਣੀ ਸਾਨੂੰ ਇੱਕ ਦਿਨ ਗੁਰਬਾਣੀ ਆਪਣੇ ਗੁਣ ਦੇ ਦਿੰਦੀ ਹੈ। ਤੇ ਗੁਰਬਾਣੀ ਬਣੀਆਂ ਵੀ ਲਿਖਿਆ ਹੋਇਆ ਗੁਰਬਾਣੀ ਦੇ ਅੰਦਰ। ਸੱਚਮੁੱਚ ਤੇ ਇੱਕ ਦੋ ਗੱਲਾਂ ਬੱਚਿਆਂ ਨੇ ਨੋਟ ਕੀਤੀਆਂ ਹੋਣਗੀਆਂ, ਮੈਂ ਫਿਰ ਤੋਂ ਦੁਹਰਾ ਦੇਵਾਂ ਕਿ ਭਾਈ ਸਾਹਿਬ ਨੇ ਕਿਹਾ ਕਿ ਮੇਰੀ ਫੀਸ ਹੈ ਕਿ ਤੁਸੀਂ ਹਰ ਰੋਜ਼ ਸੁਬਾਹ ਉੱਠ ਕੇ ਪਹਿਲਾਂ ਸਿਮਰਨ ਕਰਨਾ। ਸਾਰੇ ਬੱਚਿਆਂ ਨੇ ਨੋਟ ਕਰ ਲਿਆ ਹੋਵੇਗਾ, ਅਗਰ ਨਹੀਂ ਕੀਤਾ ਤੇ ਹੁਣ ਦੁਬਾਰਾ ਕਰ ਲਵੋ, ਕਿਉਂਕਿ ਸਾਡੇ ਨਿਮਾਣੇ ਜੀ ਸੱਦੇ ਤੇ ਵੀਰ ਜੀ ਨੇ ਹਾਂ ਕਹੀ ਹੈ ਆਉਣ ਤੇ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਜੁੜਨਗੇ ਜੀ। ਤੇ ਇੱਕ ਦੋ ਬੱਚਿਆਂ ਦੇ ਜਿਹੜੇ ਹੈਂਡ ਰੇਜ਼ ਆਪਾਂ ਉਹ ਲਵਾਂਗੇ ਜੀ। ਹੁਣ ਕਿਸੇ ਦਾ ਕੋਈ ਸਵਾਲ? ਹਾਂਜੀ ਹਾਂਜੀ ਦੱਸੋ। 11170 ਜੀ, 11170 EPP ਨੰਬਰ 11170। ਸਰਕਾਰ ਜੀ ਕਾ ਖਾਲਸਾ ਜੀ ਕੀ ਫਤਿਹ ਜੀ। ਖਾਲਸਾ। ਮੈਂ ਆਡੀਬਲ ਮੈਮ? ਹਾਂਜੀ ਆ ਰਹੀ ਆਵਾਜ਼, ਬੋਲੋ ਬੇਟਾ ਬੋਲੋ। ਪਹਿਲਾਂ ਤੇ ਮੈਂ ਤਾਂ
ਬਹੁਤ ਧੰਨਵਾਦ ਕਰਦੀ ਹਾਂ ਜੀ, ਤੁਸੀਂ ਸਾਡੇ ਕੈਂਪ ਵਿੱਚ ਹਾਜ਼ਰੀ ਭਰੀ ਹੈ, ਸਾਨੂੰ ਇੰਨੀਆਂ ਵਧੀਆ ਗੱਲਾਂ ਸਿਖਾਈਆਂ ਨੇ। ਸਾਨੂੰ ਪਰਮਾਤਮਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਵਾ, ਉੱਠਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ, ਕਿ ਪਰਮਾਤਮਾ ਸਾਨੂੰ ਜ਼ਿੰਦਗੀ ਬਖਸ਼ੀ ਆ ਤੇ ਉਹਦਾ ਸ਼ੁਕਰਾਨਾ ਕਰੀਏ। ਆਪਾਂ ਇਸ ਜ਼ਿੰਦਗੀ ਵਿੱਚ ਦੇਖ ਲਈਏ ਕਿ ਜੇ ਆਪਾਂ ਕਿਸ ਤੋਂ ਕੋਈ ਚੀਜ਼ ਲੈਂਦੇ ਤਾਂ ਆਪਾਂ ਕਹਿੰਦੇ ਵੀ ਥੈਂਕ ਯੂ ਕਰਨਾ ਚਾਹੀਦਾ ਵਾ ਉਹਦਾ। ਆਪਾਂ ਨੂੰ ਪਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ ਤਾਂ ਆਪਾਂ ਉਹਦਾ ਥੈਂਕ ਯੂ ਕਰਨਾ ਚਾਹੀਦਾ। ਸਾਨੂੰ ਉਸ ਦਾ ਥੈਂਕ ਯੂ ਬਸ ਉਹਦਾ ਸ਼ੁਕਰਾਨਾ ਕਰਕੇ ਵਾਹਿਗੁਰੂ ਦਾ ਸਾਨੂੰ ਬਸ ਸ਼ੁਕਰਾਨਾ ਕਰਨਾ ਚਾਹੀਦਾ। ਰੱਬ ਨੇ ਸਾਨੂੰ ਜ਼ਿੰਦਗੀ ਬਖਸ਼ੀ ਹੈ ਤੇ ਹਮੇਸ਼ਾ ਸਾਨੂੰ ਗੁਰੂ ਦਾ ਨਾਮ ਜਪਣਾ ਚਾਹੀਦਾ ਵਾ। ਮੈਂ ਔਖੇ ਵੇਲੇ ਕੰਮ ਆਉਂਦਾ, ਜਿਸ ਸੁੱਖ ਮੇ ਬਹੁਤ ਸੰਗੀ ਪਏ ਦੁੱਖ ਮੇ ਰਹਾ ਨਾ ਕੋਏ। ਪਰਮਾਤਮਾ ਸਾਡੇ ਦੁੱਖ ਵਿੱਚ ਕੰਮ ਆਉਂਦਾ ਹੈ, ਸੁੱਖ ਵੇਲੇ ਵੀ ਹਮੇਸ਼ਾ ਸਾਡੇ ਨਾਲ ਹੁੰਦਾ ਵਾ। ਪਰਮਾਤਮਾ ਹਮੇਸ਼ਾ ਆਪਣੇ ਅੰਗ ਸੰਗ ਸਮਝੀਏ ਕਿ ਪਰਮਾਤਮਾ ਹਮੇਸ਼ਾ ਸਾਡੇ ਨਾਲ, ਤੇ ਸਾਨੂੰ ਹਮੇਸ਼ਾ ਗੁਰੂ ਦੇ ਦਿੱਤੇ ਹੁਕਮਾਂ ਤੇ ਚੱਲਣਾ ਚਾਹੀਦਾ ਵਾ, ਕਿਉਂਕਿ ਗੁਰੂ ਜੀ ਕਹਿੰਦੇ ਰਹਿਤ ਪਿਆਰੀ ਮੁਝ ਸਿੱਖ ਪਿਆਰਾ ਨਹੀਂ। ਪਰਮਾਤਮਾ ਸਿਰਫ ਰਹਿਤ ਪਿਆਰੀ ਜੋ ਗੁਰੂ ਜੀ ਨੇ ਬਖਸ਼ੀ ਹੈ, ਭਾਵ ਹੁਕਮ ਤੇ ਚੱਲਣਾ ਚਾਹੀਦਾ ਵਾ ਜੋ ਗੁਰੂ ਨੇ ਸਾਨੂੰ ਦੱਸੇ ਹਨ। ਬਸ ਇੰਨਾ ਕਹਿ ਕੇ ਖਿਮਾ ਦੀ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ, ਬਹੁਤ ਵਧੀਆ, ਠੀਕ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ 11169 ਜੀ, 11169 ਲਖਵੀਰ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਰ ਦਾ ਬਹੁਤ ਧੰਨਵਾਦ ਕਰਦੀ ਹਾਂ, ਕਿਉਂਕਿ ਉਹਨਾਂ ਨੇ ਸਾਨੂੰ ਗੁਰੂ ਜੀ ਦੇ ਬਾਰੇ ਬਹੁਤ ਸਾਰੀ ਸਿੱਖਿਆ ਦਿੱਤੀ, ਜੋ ਇਤਿਹਾਸ ਬਾਰੇ ਵੀ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਇਤਿਹਾਸ ਵੀ ਆਪਣਾ, ਸਭ ਤੋਂ ਪਹਿਲਾਂ ਤਾਂ ਜੋ ਆਪਾਂ ਜੇਕਰ ਜੀਵਨ ਬਦਲਣਾ ਹੈ ਤਾਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਪੜ੍ਹਨੀ ਪੈਣੀ ਹੈ, ਤੇ ਫਿਰ ਜੋ ਇਤਿਹਾਸ ਹੈ, ਜੀਵਨੀ ਹੈ, ਸਾਨੂੰ ਉਹ ਪੜ੍ਹਨੀ ਪੈਣੀ ਹੈ, ਤੇ ਫਿਰ ਜਾ ਕੇ ਕਿਤੇ ਜੀਵਨ ਦੇ ਵਿੱਚ ਬਦਲਾਅ ਆਉਂਦਾ ਹੈ। ਤੇ ਮੇਰਾ ਸਰ ਤੱਕ ਇੱਕ ਕੁਐਸਚਨ ਸੀ ਜੀ, ਉਹਨਾਂ ਨੇ ਕਿਹਾ ਕਿ ਆਪਾਂ ਨੂੰ ਕੱਟੜਤਾ ਦੇ ਵਿੱਚ ਨਹੀਂ ਜਾਣਾ ਚਾਹੀਦਾ, ਤੇ ਜੋ ਆਮ ਸਿੱਖ ਹੈ ਤੇ ਕੱਟੜਤਾ ਦੇ ਵਿੱਚ ਕੀ ਫਰਕ ਹੈ ਜੀ? ਹਾਂਜੀ ਹਾਂਜੀ, ਉਹ ਬੇਟਾ ਕੱਟੜਤਾ ਤੇ ਦ੍ਰਿੜਤਾ ਦੋ ਸ਼ਬਦ ਨੇ। ਜਿਹੜੀ ਦ੍ਰਿੜਤਾ ਹੈ ਉਹ ਰੱਖਣੀ ਜ਼ਰੂਰ ਹੈ। ਕੱਟੜਤਾ ਹੁੰਦੀ, ਕੱਟੜਤਾ ਨਫ਼ਰਤ ਦਾ ਇੱਕ ਰੂਪ ਧਾਰਨ ਕਰ ਜਾਂਦੀ ਹੈ। ਜਦੋਂ ਅਸੀਂ ਕਿਸੇ ਬੰਦੇ ਨਾਲ, ਆਵਾਜ਼ ਆ ਰਹੀ? ਹਾਂਜੀ ਹਾਂਜੀ। ਉਹਨੇ ਬੱਚੀ ਨੇ ਕਿਹਾ ਵੀ ਕੱਟੜਤਾ ਕੀ ਹੁੰਦੀ ਹੈ। ਕੱਟੜਤਾ ਜਿਹੜੀ ਉਹ ਇਹ ਹੁੰਦੀ ਹੈ ਕਿ ਜਿਵੇਂ ਆਪਾਂ ਨੂੰ ਕੋਈ ਗੁਰੂ ਸਾਹਿਬ ਵੱਲੋਂ ਚੀਜ਼ਾਂ ਦੱਸੀਆਂ ਜਾਂਦੀਆਂ ਨੇ, ਆਪਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਕਮਾਉਂਦੇ ਹਾਂ ਤੇ ਕੁਦਰਤੀ ਸਾਨੂੰ ਸਾਡਾ ਜਿਹੜਾ ਜੀਵਨ ਹੈ ਥੋੜ੍ਹੀ ਜਿਹੀ ਉਚਾਈ ਤੇ ਆਉਂਦਾ ਹੈ। ਆਮ ਮਨੁੱਖ ਨਾਲੋਂ ਆਪਾਂ ਆਪਣੇ ਆਪ ਨੂੰ ਥੋੜ੍ਹਾ ਜਿਹਾ, ਜਿਵੇਂ ਆਪਾਂ ਕਿਸੇ ਵਿਆਹ ਸ਼ਾਦੀ 'ਤੇ ਗਏ ਤਾਂ ਉੱਥੇ ਸਾਨੂੰ ਥੋੜ੍ਹੀ ਜਿਹੀ ਵਿਸ਼ੇਸ਼ਤਾ ਮਿਲਦੀ ਹੈ ਵੀ ਤੂੰ ਇਹਨੂੰ ਜੂਠਾ ਨਾ ਭੋਜਨ ਦਿਓ, ਸੁੱਚਾ ਦਿਓ। ਤਾਂ ਉਹ ਜਦੋਂ ਵਿਸ਼ੇਸ਼ਤਾ ਮਿਲਦੀ ਹੈ, ਤੇ ਕਈ ਵਾਰੀ ਜਦੋਂ ਆਪਾਂ ਜੇ ਸੰਗਤ ਨਾ ਕਰਦੇ ਹੋਈਏ ਗੁਰਮੁਖਾਂ ਦੀ, ਤਾਂ ਅਸੀਂ ਉਹਦਾ ਸਹਿਜ ਸੁਭਾਅ ਹੀ ਮਨ 'ਚ, ਕਿਉਂਕਿ ਹਉਮੈ ਦੀਰਘ ਰੋਗ ਹੈ ਦਾਰੂ ਹੀ ਪੀ ਸਮਾਰ, ਉਹ ਕਿਤੇ ਹਉਮੈ ਜਾਂ ਅੰਦਰ ਆ ਜਾਂਦੀ ਕਿ ਮੈਂ ਕੋਈ ਦੇ ਵੱਡਾ। ਉਹਦੇ ਤੋਂ ਬਚਣ ਲਈ ਸਾਨੂੰ ਨਿਮਰਤਾ ਰੱਖਣੀ ਚਾਹੀਦੀ ਹੈ। ਜਦੋਂ ਅਸੀਂ ਕੋਈ ਚੰਗਾ ਕੰਮ ਕਰਨੇ ਆ, ਨਾਲ ਸਾਨੂੰ ਨਿਮਰਤਾ ਰੱਖਣੀ ਚਾਹੀਦੀ। ਹਾਂ, ਦ੍ਰਿੜਤਾ ਰੱਖਣੀ ਚਾਹੀਦੀ ਆਪਣੇ ਧਰਮ ਦੇ ਉੱਤੇ, ਉਹ ਕੱਟੜਤਾ ਨਹੀਂ ਹੁੰਦੀ। ਦ੍ਰਿੜਤਾ ਤੋਂ ਬਿਨਾਂ ਤਾਂ ਧਰਮ ਘੁਮਾਇਆ ਨਹੀਂ ਜਾ ਸਕਦਾ। ਜਿਹੜੇ ਆਪਣੇ ਪੰਜ ਪਿਆਰੇ ਨੇ ਨਾ, ਉਹ ਉਹਨਾਂ ਦੇ ਨਾਵਾਂ ਦੇ ਵਿੱਚ ਵੀ ਇੱਕ ਜਿਹੜਾ ਭਾਈ ਮੋਹਕਮ ਸਿੰਘ ਜੀ ਪਿਆਰੇ ਆਉਂਦਾ, ਮੋਹਕਮ ਦਾ ਅਰਥ ਹੈ ਪੱਕੇ ਰਹਿਣਾ, ਦ੍ਰਿੜ ਰਹਿਣਾ। ਪਰ ਉਹ ਨੇੜੇ ਨੇੜੇ ਨੇ ਦੋਵੇਂ ਚੀਜ਼ਾਂ। ਜਿਵੇਂ ਉਹਦਾ ਸਾਈਡ ਇਫੈਕਟ ਹੋ ਸਕਦਾ ਹੈ ਜਦੋਂ ਅਸੀਂ ਦ੍ਰਿੜ ਹੁੰਦੇ ਹਾਂ, ਜਦੋਂ ਅਸੀਂ ਪੱਕੇ ਹੁੰਦੇ ਹਾਂ ਆਪਣੇ ਧਰਮ ਦੇ। ਨਿਮਰਤਾ ਵੀ ਨਾਲ ਉਹਦੇ ਨਾਲ ਸਾਨੂੰ ਰੱਖਣੀ ਚਾਹੀਦੀ ਹੈ ਕਿ ਕਿਤੇ ਉਹ ਹਉਮੈ ਦਾ ਰੂਪ ਨਾ ਧਾਰਨ ਕਰ ਜਾਏ, ਤਾਂ ਫਿਰ ਉਹ ਸਾਡਾ ਵੀ ਨੁਕਸਾਨ ਕਰਦੀ ਹੈ, ਆਪਾਂ ਕਿਸੇ ਦਾ ਫਾਇਦਾ ਵੀ ਨਹੀਂ ਕਰ ਸਕਦੇ। ਉਹ ਕੱਟੜਤਾ ਇਹ ਚੀਜ਼ ਹੁੰਦੀ ਹੈ। ਸ਼ਾਇਦ ਸਮਝ ਆ ਗਈ ਹੋਵੇਗੀ ਮੇਰੇ ਖਿਆਲ 'ਚ। ਹਾਂਜੀ ਹਾਂਜੀ ਸਰ, ਹਾਂਜੀ ਆ ਗਈ ਜੀ। ਜੇ ਕੋਈ ਫਿਰ ਸਮਝ ਨਹੀਂ ਆਈ ਤਾਂ ਦੱਸ ਦਿਓ, ਫਿਰ ਹੋਰ ਗੱਲ ਕਰ ਲੈਂਦੇ। ਨਹੀਂ ਨਹੀਂ ਸਰ, ਆ ਗਈ ਜੀ। ਹਾਂਜੀ, ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ, ਸਾਨੂੰ ਇੰਨੀ ਵਧੀਆ ਨੌਲੇਜ ਦਿੱਤੀ ਹੈ ਸਾਡੇ ਬਾਰੇ, ਇਤਿਹਾਸ ਦੇ ਬਾਰੇ ਤੇ ਗੁਰੂਆਂ ਬਾਰੇ ਵੀ ਜੀ। ਠੀਕ ਹੈ, ਠੀਕ ਹੈ, ਬਹੁਤ ਵਧੀਆ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 12536 ਜੀ, ਬਸ ਇੱਕ ਦੋ ਹੈਂਡ ਰੇਜ਼ ਲੈਣੇ ਆ ਜੀ ਆਪਾਂ। 12536 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਕਿਸ਼ਨਦੀਪ ਸਿੰਘ,
EPP ਨੰਬਰ 12536 ਜੋਨ ਸਾਨੇਵਾਲ ਤੋਂ ਮੈਂ ਗਿਆਨੀ ਕੁਲਵੰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਾਡੇ ਸਾਰਿਆਂ ਵਿੱਚ ਹਾਜ਼ਰ ਹੋ ਕੇ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ, ਸਾਨੂੰ ਇਤਿਹਾਸ ਨਾਲ ਜੋੜਿਆ। ਤੇ ਨਾਲ ਹੀ ਮੈਂ ਪੰਜਾਬ ਐਜੂਕੇਸ਼ਨ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਸਾਨੂੰ ਹਰ ਰੋਜ਼ ਨਵੇਂ ਬੁਲਾਰੇ ਲੈ ਕੇ ਆਉਂਦੇ ਜੋ ਕਿ ਸਾਨੂੰ ਵਧੀਆ ਵਧੀਆ ਗੱਲਾਂ ਦੱਸਦੇ ਹਨ, ਸਿੱਖ ਇਤਿਹਾਸ ਨਾਲ ਜੋੜਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਫਿਰ ਤੋਂ ਧੰਨਵਾਦ ਜੀ ਗਿਆਨੀ ਕੁਲਵੰਤ ਸਿੰਘ ਜੀ ਦਾ, ਜਿਨ੍ਹਾਂ ਨੇ ਨਿਮਾਣੇ ਜੀ ਸੱਦੇ ਤੇ ਆਪਣੇ ਇੰਨੇ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਬੱਚਿਆਂ ਦੇ ਲਈ ਇਹ ਟਾਈਮ ਕੱਢ ਕੇ ਜਿਹੜਾ ਸਿੱਖ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਜੋੜਨਾ ਕੀਤਾ ਹੈ। ਸੋ ਬਹੁਤ ਬਹੁਤ ਧੰਨਵਾਦ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ, ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫਿਰ ਇਸੇ ਸਮੇਂ ਆਪਾਂ ਜੁੜਾਂਗੇ ਜੀ, ਤੇ ਹੁਣ ਸਮਾਪਤੀ ਹੁੰਦੀ ਹੈ ਕਿਉਂਕਿ ਸਮਾਂ ਕਾਫੀ ਹੋ ਗਿਆ ਜੀ। ਕੱਲ ਨੂੰ ਫਿਰ ਜੁੜਦੇ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।